ਗੁਰੂ ਸਾਹਿਬ ਜੀ ਮੰਘਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ। ਤਿਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ। ਮੰਘਿਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ। ਤਿਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ। ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਸਾਧ ਜਨਾਂ ਤੇ ਬਾਹਰੀ, ਸੇ ਰਹਿਨ ਇਕੇਲੜੀਆਂ। ਤਿਨ ਦੁਖ ਨ ਕਬਹੂ ਉਤਰੈ, ਸੇ ਜਮ ਕੈ ਵਸ ਪੜੀਆਂ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜੀਆਂ। ਰਤਨ ਜਵੇਹਰ ਲਾਲ ਹਰ, ਕੰਠ ਤਿੰਨਾ ਜੜੀਆਂ। ਨਾਨਕ ਬਾਂਛੈ ਧੂੜ ਤਿਨ, ਪ੍ਰਭ ਸ਼ਰਣੀ ਦਰ ਪੜੀਆਂ। ਮੰਗਿਰ ਪ੍ਰਭ ਆਰਾਧਨਾ, ਬਹੁੜ ਨਾ ਜਨਮੜੀਆਂ। ਨਾਨਕ ਬਾਂਛੈ ਧੂੜ ਤਿਨ, ਪ੍ਰਭ ਸ਼ਰਣੀ ਦਰ ਪੜੀਆਂ। ਮੰਗਿਰ ਪ੍ਰਭ ਆਰਾਧਨਾ, ਬਹੁੜ ਨਾ ਜਨਮੜੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਗੁਰਦੇਵ ਸ਼ਬਦ ਬ੍ਰਹਮ ਸਤਿਗੁਰੂ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਦੇ ਪਾਵਨ ਹਜ਼ੂਰ ਆਪ ਜੀ ਅੰਮ੍ਰਿਤ ਵੇਲੇ ਦੇ ਇਸ ਦੀਵਾਨ ਵਿੱਚ ਸੁਭਾਏਮਾਨ ਹੋਏ ਹੋ, ਜੋ ਸਮੇਂ ਦੀ ਵੰਡ ਅਨੁਸਾਰ, ਜੋ ਸੰਮਤ ਨਾਨਕ ਸ਼ਾਹੀ ਹੈ, ਉਸ ਅਨੁਸਾਰ ਅੱਜ ਮੱਘਰ ਦੇ ਮਹੀਨੇ ਦੀ ਆਰੰਭਤਾ ਹੋਈ, ਜਿਹਨੂੰ ਆਪਾਂ ਸੰਗਰਾਂਦ ਕਹਿ ਲਈਏ ਜਾਂ ਦੇਸੀ ਮਹੀਨਾ ਆਖ ਲਈਏ। ਧੰਨ ਗੁਰੂ ਅਰਜੁਨ ਦੇਵ ਸਾਹਿਬ ਸਤਿਗੁਰ ਪਾਤਸ਼ਾਹ ਦੇ ਪਾਵਨ ਬੋਲ, ਮੱਘਰ ਮਹੀਨੇ ਨੂੰ ਆਧਾਰ ਬਣਾ ਕੇ ਗੁਰੂਦੇਵ ਨੇ ਕਿੱਡੀ ਵੱਡੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਇਸ ਪਾਵਨ ਬਚਨਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਆਓ ਆਪਾਂ ਅੱਜ ਇਸੇ ਦੀ ਵਿਚਾਰ ਸਾਂਝੀ ਕਰਨੀ ਹੈ। ਪੱਟੀ ਬਾਣੀ ਦੇ ਸਿਰਲੇਖ ਹੇਠ ਜੋ ਪਾਵਨ ਬੋਲ ਆਪਾਂ ਸਾਂਝੇ ਕਰ ਰਹੇ ਸਾਂ, ਉਹਨਾਂ ਦੀ ਵਿਚਾਰ ਫਿਰ ਆਪਾਂ ਅੱਗੇ ਸਾਂਝੀ ਕਰਾਂਗੇ। 135 ਅੰਗ ਉੱਪਰ ਇਹ ਪਾਵਨ ਬੋਲ ਸੁਭਾਏਮਾਨ ਨੇ। ਪਿਆਰ ਸਹਿਤ ਸਾਰੇ ਇੱਕ ਵਾਰ ਆਖੋ, ਸਤਨਾਮ ਸ਼੍ਰੀ ਵਾਹਿਗੁਰੂ। ਗੁਰਬਾਣੀ ਅੰਦਰ ਸਮੇਂ ਨਾਲ ਸੰਬੰਧਿਤ ਅਨੇਕਾਂ ਬੋਲ ਗੁਰਦੇਵ ਨੇ ਦਰਜ ਕੀਤੇ ਨੇ। ਤੁਸੀਂ ਵੇਖੋ, ਪਹਿਰਿਆਂ ਦੇ ਸਿਰਲੇਖ ਹੇਠ ਆਪਾਂ ਬਾਣੀ ਦੇਖਦੇ ਹਾਂ, ਦਿਨ ਰਹਿਣ ਦੇ ਸਿਰਲੇਖ ਹੇਠ ਬਾਣੀ ਆਪਾਂ ਵੇਖਦੇ ਹਾਂ।
ਥਿੱਤਾਂ ਦੇ ਸੰਬੰਧ ਵਿੱਚ ਥਿੱਤ ਵੀ ਸਮੇਂ ਨਾਲ ਸੰਬੰਧਿਤ ਹੈ। ਸੁਦੀ ਤੇ ਵਧੀ ਉਹਦੇ ਸਿਰਲੇਖ ਹੇਠ ਬਾਣੀ ਦਰਜ ਹੈ। 12 ਮਹੀਨੇ ਨੇ 12 ਮਾਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਤੁਖਾਰੀ ਰਾਗ ਅੰਦਰ ਗੁਰੂ ਨਾਨਕ ਦੇਵ ਸਾਹਿਬ ਜੀ, ਮਾਝ ਰਾਗ ਅੰਦਰ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ। 12 ਮਹੀਨੇ ਨੇ, 12 ਰਾਸ਼ੀਆਂ ਨੇ। ਜਦੋਂ ਸੂਰਜ ਇੱਕ ਰਾਸ ਚੋਂ ਦੂਜੀ ਰਾਸ ਵਿੱਚ ਜਾਂਦਾ ਹੈ, ਵੈਸੇ ਸੰਸਕ੍ਰਿਤ ਦਾ ਸ਼ਬਦ ਹੈ ਸੂਰਿਆ ਕ੍ਰਾਂਤੀ। ਜਦੋਂ ਸੂਰਜ ਕਰਕੇ ਕ੍ਰਾਂਤੀ ਆਏ, ਪੰਜਾਬੀ ਦਾ ਇਹਦਾ ਬੋਲ ਬਣ ਗਿਆ ਤਦ ਭਵ ਸੰਗਰਾਂਦ। ਸੰਗਰਾਂਦ ਸ਼ਬਦ ਸੂਰਿਆ ਕ੍ਰਾਂਤੀ ਚੋਂ ਆਇਆ। ਹੁਣ ਗੁਰਦੇਵ ਚਾਹੁੰਦੇ ਨੇ, ਠੀਕ ਹੈ ਸੂਰਜ ਨਾਲ ਕ੍ਰਾਂਤੀ ਆ ਗਈ ਹੈ, ਬਦਲ ਜਾਂਦੀ ਹੈ ਨਾ ਰੁੱਤ, ਸੂਰਜ ਏਕੋ ਰੁੱਤ ਅਨੇਕ। ਆ ਸੂਰਜ ਕਰਕੇ ਰੁੱਤਾਂ ਬਦਲਦੀਆਂ ਨੇ। ਸੂਰਜ ਕਰਕੇ ਕ੍ਰਾਂਤੀ ਆਈ। ਸਾਡੇ ਜੀਵਨ 'ਚ ਕ੍ਰਾਂਤੀ ਸ਼ਬਦ ਗੁਰੂ ਕਰਕੇ ਆਉਣੀ। ਗੁਰੂ ਕ੍ਰਾਂਤੀ ਲੈ ਕੇ ਆਉਂਦਾ ਸਾਡੇ ਜੀਵਨ ਅੰਦਰ। ਕਿੰਨਾ ਬਦਲਾ, ਤਾਂ ਹੀ ਤੇ ਗੁਰਦੇਵ ਨੇ ਆਧਾਰ ਬਣਾਇਆ ਇਹਨਾਂ ਮਹੀਨਿਆਂ ਨੂੰ। ਗੁਰੂ ਜੀ ਦੀ ਨਜ਼ਰ 'ਚ ਸਮਾਂ ਮਾੜਾ ਜਾਂ ਚੰਗਾ ਨਹੀਂ ਹੈ। ਸਮਾਂ ਤੇ ਉਸੇ ਤਰ੍ਹਾਂ ਨਿਰੰਤਰ ਚੱਲ ਰਿਹਾ। ਸਮੇਂ ਦੀ ਵੰਡ ਆਪਾਂ ਹੀ ਕੀਤੀ ਹੈ, ਨਾਮ ਆਪਾਂ ਹੀ ਰੱਖੇ ਨੇ। ਅਕਾਲ ਪੁਰਖ ਨੇ ਤੇ ਦਿਨ ਤੇ ਰਾਤ ਬਣਾਇਆ। ਸਮੇਂ ਨੂੰ ਆਪਾਂ ਵੰਡਿਆ, ਨਾਮ ਰੱਖੇ ਆਪਾਂ, ਮਹੀਨੇ ਨਿਰਧਾਰਿਤ ਕੀਤੇ, ਸਾਲ ਨਿਰਧਾਰਿਤ ਕੀਤੇ ਆਪਣੀ ਸਹੂਲਤ ਵਾਸਤੇ। ਕੋਈ ਵੀ ਸਮਾਂ ਮਾੜਾ ਚੰਗਾ ਨਹੀਂ। ਜੇ ਤੁਸੀਂ ਆਪਾਂ ਕਹਿੰਦੇ ਆ, ਪੁਰਾਤਨ ਸਮੇਂ ਦੀ ਗੱਲ ਕਰ ਲਈਏ, ਹੁਣ ਕਿੰਨਾ ਸਮਾਂ ਹੋ ਗਿਆ ਮਹਾਤਮਾ ਬੁੱਧ ਜੀ ਨੂੰ। ਮਹਾਤਮਾ ਬੁੱਧ ਵੀ ਆਪਣੀ ਸਿੱਖਿਆਵਾਂ 'ਚ ਲਿਖਦਾ, ਭਾਈ ਚੋਰੀ ਨਾ ਕਰੋ, ਕਿਸੇ ਨਾਲ ਠੱਗੀ ਨਾ ਮਾਰਿਓ। ਇਹਦਾ ਅਰਥ ਹੈ ਵੀ ਉਸ ਸਮੇਂ 'ਚ ਵੀ ਚੋਰੀਆਂ ਹੁੰਦੀਆਂ ਹੀ ਸੀ, ਠੱਗੀਆਂ ਹੁੰਦੀਆਂ ਹੀ ਸੀ। ਸਤਿਯੁਗ ਦਾ ਜਦੋਂ ਆਪਾਂ ਇਤਿਹਾਸ ਵੇਖਦੇ ਹਾਂ, ਉੱਥੇ ਵੀ ਤੇ ਹਰਨਾਕਸ਼ ਵਰਗੇ ਹਨ ਹੀ ਸਨ, ਉਹ ਵੀ ਸਨ। ਸੋ ਗੱਲ ਸਮੇਂ ਚੰਗੇ ਮਾੜੇ ਦੀ ਨਹੀਂ ਹੈ। ਆਪਾਂ ਤੇ ਕਹਿ ਦਿੰਦੇ ਸਮਾਂ ਮਾੜਾ ਆ ਗਿਆ, ਸਮਾਂ ਚੰਗਾ ਆ ਗਿਆ। ਗੱਲ ਹੈ ਆਪਾਂ ਉਸ ਦੀ ਵਰਤੋਂ ਕਿਸ ਤਰ੍ਹਾਂ ਕਰਨੀ। ਹੁਣ ਮੰਨ ਲਓ ਸਵੇਰ ਦਾ ਅੰਮ੍ਰਿਤ ਵੇਲਾ ਹੈ, 3 ਵਜੇ ਤੋਂ ਲੈ ਕੇ 6 ਵਜੇ ਤੱਕ। ਇੱਕ ਗੁਰਮੁਖ ਪਿਆਰਾ ਉੱਠ ਕੇ ਬੰਦਗੀ ਕਰ ਲੈਂਦਾ ਜਾਂ ਧਰਮਸ਼ਾਲਾ ਗੁਰੂ ਘਰ ਆ ਜਾਂਦਾ, ਵੇਲਾ ਤੇ ਉਹੀ ਹੈ। ਇੱਕ ਸਵੇਰੇ ਉੱਠ ਕੇ ਚੋਰੀ ਕਰਦਾ, ਚੋਰੀਆਂ ਵੀ ਸਵੇਰੇ ਜ਼ਿਆਦੀਆਂ ਹੁੰਦੀਆਂ ਨੇ ਕਈ ਵਾਰ। ਹੁਣ ਸਮਾਂ ਤੇ ਇੱਕੋ ਹੀ ਸੀ ਨਾ। ਇੱਕ ਨੇ ਉਸ ਨੂੰ ਕੇਸ ਰੂਪ ਦੇ ਵਿੱਚ ਵਰਤ ਲਿਆ, ਦੂਸਰੇ ਨੇ ਕੇਸ ਰੂਪ ਦੇ ਵਿੱਚ ਵਰਤ ਲਿਆ। ਗੱਲ ਹੈ ਆਪਾਂ ਸਮੇਂ ਨੂੰ ਵਰਤਦੇ ਕਿਸ ਤਰ੍ਹਾਂ। ਗੁਰਦੇਵ ਨੇ ਤਾਂ ਕਰਕੇ ਬੋਲ ਕਹੇ ਨੇ ਬਾਣੀ, ਇਹ ਨਹੀਂ ਵੀ ਸਤਿਗੁਰੂ ਕਿਸੇ ਸਮੇਂ ਦੀ ਪੂਜਾ ਨਹੀਂ। ਹਾਂ, ਜਿਨਨੇ ਸਮਾਂ ਬਣਾਇਆ, ਜਿਸ ਮਾਲਕ ਦੇ ਅਧੀਨ ਸੂਰਜ ਚੰਦਰਮਾ ਦਿਨ ਰਾਤ ਨੇ, ਗੁਰਦੇਵ ਜੀ ਕਹਿੰਦੇ ਉਹਨੂੰ ਨਾ ਕਦੇ ਭੁੱਲ ਜਾਇਓ। ਇਹ ਗੁਰਦੇਵ ਨੇ ਆਧਾਰ ਬਣਾਇਆ ਸਾਨੂੰ ਸਮਝਾਉਣ ਵਾਸਤੇ। ਹੁਣ 12 ਮਾਹਾਂ ਬੜੇ ਪ੍ਰਚਲਿਤ ਸਨ, ਗੁਰੂ ਸਾਹਿਬ ਤੋਂ ਵੀ ਪਹਿਲੋਂ ਦੇ ਜੋਗੀਆਂ ਦੇ 12 ਮਾਹਾਂ ਮਿਲਦੇ ਨੇ। ਪੰਜਾਬ ਦੇ ਲੋਕ ਗੀਤਾਂ 'ਚ 12 ਮਾਹਾਂ ਮਿਲਦੇ ਨੇ, ਪਰ ਫਰਕ ਕੀ ਸੀ? ਜਿੰਨੇ ਵੀ 12 ਮਾਹਾਂ ਸਨ, ਕਿਸੇ ਕਵੀ ਨੇ ਗਾਏ, ਕਿਸੇ ਗਾਇਕ ਨੇ ਗਾਏ, ਉਹਨਾਂ 'ਚ ਇਸ਼ਕ ਮਜ਼ਾਜੀ ਦਾ ਜ਼ਿਕਰ ਆਉਂਦਾ ਸੀ। ਗੁਰਦੇਵ ਨੇ 12 ਮਾਹਾਂ ਦੇ ਰਾਹੀਂ ਇਸ਼ਕ ਹਕੀਕੀ ਦਾ ਜ਼ਿਕਰ ਕੀਤਾ। ਹੁਣ ਗੱਲ ਤੇ ਵੇਖੋ, 12 ਮਾਹਾਂ ਵਿੱਚ ਵਿਛੋੜੇ ਤੋਂ ਸ਼ੁਰੂ ਹੁੰਦੀ ਹੈ ਤੇ ਮੁੱਕਦੀ ਕਿੱਥੇ ਹੈ? ਮਿਲਾਪ ਦੇ ਵਿੱਚ ਜਾ ਕੇ। ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਆਨੰਦ ਹੋ ਗਿਆ, ਮਿਲਾਪ ਹੋ ਗਿਆ। ਸ਼ੁਰੂ ਕਿੱਥੋਂ ਕੀਤੀ? ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਗੱਲ ਵਿਛੋੜੇ ਤੋਂ ਸ਼ੁਰੂ ਕੀਤੀ ਹੈ, ਮੁਕੰਮਲ ਮਿਲਾਪ ਤੇ 12 ਮਾਹਾਂ ਦਾ ਆਧਾਰ ਇਸੇ ਤਰ੍ਹਾਂ ਹੁੰਦਾ ਸੀ। ਗੱਲ ਸ਼ਰੀਰਾਂ ਦੀ ਹੁੰਦੀ ਸੀ ਵੈਸੇ ਉੱਥੇ, ਉਹ ਸ਼ਰੀਰਾਂ ਦੇ ਵਿਛੋੜੇ ਦੇ ਬਿਰਹਾ ਨੂੰ ਬਿਆਨ ਕੀਤਾ ਜਾਂਦਾ ਸੀ।
ਤੇ ਗੁਰਦੇਵ ਨੇ ਇਸ ਪਾਵਨ ਬਾਣੀ ਅੰਦਰ ਗੱਲ ਜੀਓ ਦੀ ਕੀਤੀ ਹੈ, ਆਤਮ ਦੀ ਕੀਤੀ ਹੈ, ਜੀਵਨ ਦੀ ਕੀਤੀ, ਅਧਿਆਤਮ ਦੀ ਕੀਤੀ ਹੈ, ਤਾਂ ਜੋ ਸਾਡੇ ਵੀ ਜੀਵਨ 'ਚ ਕੁਝ ਬਦਲਾਅ ਆਏ। ਆ ਗੁਰਦੇਵ ਚਾਹੁੰਦੇ ਨੇ, ਠੀਕ ਹੈ, ਆ ਬਦਲ ਕੇ ਕੈਲੰਡਰ, ਮਹੀਨਾ ਬਦਲ ਗਿਆ, ਕੱਤਕ ਸੀ ਹੁਣ ਮੱਘਰ ਆ ਗਿਆ। ਗੁਰਦੇਵ ਨੇ ਭਾਵੇਂ ਮੰਘੇਰ ਲਿਖਿਆ ਇਸ ਨੂੰ, ਆਪਾਂ ਪੰਜਾਬੀ 'ਚ ਮੱਘਰ ਕਹਿ ਦਿੰਦੇ। ਹੁਣ ਭਾਵੇਂ ਬਦਲ ਗਿਆ ਨਾ, ਕ੍ਰਾਂਤੀ ਆ ਗਈ, ਆਉਂਦੀਆਂ ਨੇ ਕ੍ਰਾਂਤੀਆਂ, ਤੁਸੀਂ ਵੇਖੋ, ਧਿਆਨ ਮਾਰੋ, ਆ ਸੂਰਜ ਕਰਕੇ ਰੁੱਤਾਂ ਦੀ ਕ੍ਰਾਂਤੀ ਆ ਜਾਂਦੀ ਹੈ, ਚੰਦਨ ਕਰਕੇ ਇੱਕ ਨਿੰਮ ਅਰਿੰਡ ਵਿੱਚ ਕ੍ਰਾਂਤੀ ਆ ਗਈ, ਬਨਸਪਤੀ 'ਚ ਵੀ ਕ੍ਰਾਂਤੀ ਆਉਂਦੀ ਹੈ, ਰੁੱਤਾਂ ਦੀ ਵੀ ਕ੍ਰਾਂਤੀ ਆਉਂਦੀ ਹੈ, ਧਾਤ ਵਿੱਚ ਵੀ ਕ੍ਰਾਂਤੀ ਆ ਜਾਂਦੀ। ਕਹਿੰਦੇ ਪਾਰਸ ਦੇ ਨਾਲ ਲੋਹਾ ਛੂ ਜਾਏ, ਕ੍ਰਾਂਤੀ ਆ ਗਈ, ਕੰਚਨ ਬਣ ਗਿਆ, ਉਹ ਵੀ ਕ੍ਰਾਂਤੀ ਆਈ। ਤੇ ਗੁਰਦੇਵ ਵੀ ਚਾਹੁੰਦੇ ਨੇ ਵੀ ਸੰਗਰਾਂਦ ਨਾਲ ਅਸੀਂ ਭਰਾਂਤ ਨਾ ਜੋੜ ਲਈਏ, ਭਰਾਂਤੀਆਂ ਨਾ ਜੋੜ ਲਈਏ, ਹਾਂ ਸਾਡੇ 'ਚ ਵੀ ਕ੍ਰਾਂਤੀ ਆ ਜਾਏ। ਇੱਕ ਆਇਆ ਸੀ ਜੋਗੀ, ਕਿੱਥੇ? ਤਰਨ ਤਾਰਨ ਸਾਹਿਬ, ਧੰਨ ਗੁਰੂ ਅਰਜਨ ਦੇਵ ਸਾਹਿਬ, ਉਹ ਸੇਵਾ ਹੋ ਰਹੀ ਸੀ, ਬੜਾ ਪ੍ਰਭਾਵਿਤ ਹੋਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਇੱਕ ਉਸਨੇ ਰਸਾਇਣ ਦਿੱਤਾ ਸੀ, ਪੋਟਲੀ 'ਚ ਸਿੰਘ, ਸਤਿਗੁਰੂ ਨੂੰ ਰਸਾਇਣ ਦਿੱਤਾ। ਕਹਿਣ ਲੱਗਾ, ਸਤਿਗੁਰੂ ਇਹ ਬੜੀ ਖੂਬੀ ਇਹਦੇ 'ਚ, ਲੋਹਾ ਛੂਏਗਾ ਸੋਨਾ ਬਣ ਜਾਏਗਾ, ਤੁਸੀਂ ਵਰਤ ਲਿਓ। ਆਖਣ ਲੱਗਾ 20 ਸਾਲ ਤੋਂ ਵੱਧ ਸਮਾਂ ਲਾ ਕੇ ਮੈਂ ਧਾਤ ਨੂੰ ਮਾਰ ਮਾਰ ਕੇ ਇਹ ਰਸਾਇਣ ਤਿਆਰ ਕੀਤਾ ਹੈ। ਗੁਰਦੇਵ ਨੇ ਕਹਿੰਦੇ ਨੇ ਉਸ ਨੂੰ ਸਰੋਵਰ ਛੁੱਟ ਦਿੱਤਾ ਸੀ, ਹਾਂ ਨਿਕਲ ਗਈ, ਧਰਾ ਨਿਕਲ ਗਈ। ਸਤਿਗੁਰੂ ਮੈਂ ਧਾਤ ਮਾਰਨੀ ਸਿੱਖੀ ਹੈ। ਸਤਿਗੁਰੂ ਕਹਿਣ ਲੱਗੇ ਇਸ ਘਰ 'ਚ ਮਨ ਮਾਰਨ ਦੀ ਜਾਚ ਸਿਖਾਈ ਜਾਂਦੀ, ਧਾਤਾਂ ਨਹੀਂ। ਇਹ ਤੇ ਜੇ ਇੰਨਾ ਕੁਝ ਕਰਕੇ ਵੀ ਜੋਗੀਆ 20-22 ਸਾਲ ਲਾ ਕੇ ਵੀ ਧਾਤ ਨੂੰ ਸਿੱਖਿਆ, ਮਨ ਨੂੰ ਨਹੀਂ ਸਿੱਖਿਆ, ਫਿਰ ਇਹਦਾ ਕੀ ਕਰਨਾ? ਸਾਡੇ ਵਾਸਤੇ ਰਾਖ ਹੀ ਹੈ, ਸਵਾਈ ਹੈ। ਇੱਥੇ ਮਨ ਦੀ ਕ੍ਰਾਂਤੀ ਆਉਂਦੀ। ਆ ਗੁਰਦੇਵ ਦੀ ਬਾਣੀ ਤੁਸੀਂ ਭੱਟ ਸਾਹਿਬਾਨਾਂ ਦਾ ਬੋਲ ਪੜ੍ਹੋ, ਅੱਜ ਗੁਰੂ ਕਰਕੇ ਕ੍ਰਾਂਤੀ ਆ ਗਈ। ਕਿੱਥੋਂ? ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ। ਕੱਚ ਤੋਂ ਕੰਚਨ ਹੋ ਗਏ। ਕੱਚ ਦਾ ਅਰਥ ਹੈ ਥਿੜਕ ਜਾਣਾ, ਟੁੱਟ ਜਾਣਾ, ਕੱਚੇ ਸਾਂ। ਜਨਮ ਮਰੈ ਸੋ ਕਾਚੋ ਕਾਚਾ, ਕੱਚ ਹੀ ਸੀ, ਜੰਮੇ ਮਰੇ, ਜੰਮੇ ਮਰੇ। ਆ ਗੁਰੂ ਕਰਕੇ ਕ੍ਰਾਂਤੀ ਆ ਗਈ, ਕੱਚ ਤੋਂ ਕੰਚਨ ਬਣ ਗਿਆ। ਕਦੋਂ? ਸ਼ਬਦ ਗੁਰ ਸਰਵਣੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਬਣਿਓ। ਜ਼ਹਿਰ ਤੋਂ ਅੰਮ੍ਰਿਤ ਬਣ ਗਏ। ਹੁਣ ਕੋਈ ਕੁੜੱਤਨ ਨਹੀਂ ਰਹਿ ਗਿਆ, ਕੋਈ ਵੈਰ ਵਿਰੋਧ ਹੰਕਾਰ ਈਰਖਾ ਨਹੀਂ ਰਹਿ ਗਈ। ਗੁਰਦੇਵ ਜੀ ਕਹਿੰਦੇ ਹੁਣ ਬਿਖ ਤੋਂ ਅੰਮ੍ਰਿਤ ਬਣ ਗਏ, ਨਾਮ ਸਤਿਗੁਰ ਮੁਖ ਬਣਿਓ। ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਦ ਤਾਰੈ, ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ। ਲੋਹੇ ਤੋਂ ਲਾਲ ਬਣ ਗਏ ਤੇ ਪਾਹਣ ਤੋਂ ਮਾਣਕ ਬਣ ਗਏ ਜਦੋਂ ਗੁਰੂ ਨਦਰ ਕਰਦਾ, ਬਖਸ਼ਿਸ਼ ਨਦਰ, ਗੁਰੂ ਦੀ ਰਹਿਮਤ ਜਦੋਂ ਵਰਤੀ। ਕਾਠੋਂ ਸ਼੍ਰੀਖੰਡ ਸਤਿਗੁਰ ਕੀਏ, ਦੁੱਖ ਦਰਿਦਰ ਤਿਨ ਕੇ ਗਏ। ਕਾਠ ਦਾ ਅਰਥ ਹੈ ਲੱਕੜ, ਬਾਲਣੀ ਸੀ, ਬਾਲਣੀ ਹੈ ਨਾ, ਬਾਲੀ ਜਾਣਾ ਇੱਕ ਦਿਨ। ਹਾੜ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਕਾਸ, ਲੱਕੜੀ ਹੈ, ਬਾਲਣੀ ਹੈ। ਗੁਰਦੇਵ ਨੇ ਖੁਸ਼ਬੂ ਪੈਦਾ ਕਰ ਦਿੱਤੀ, ਚੰਦਨ ਬਣਾ ਦਿੱਤਾ। ਚੰਦਨ ਬਾਲਣ ਵਰਗੂ ਨਹੀਂ ਕਦੇ ਬਲਦਾ, ਚੰਦਨ ਤੇ ਸ਼ਿੰਗਾਰ ਬਣ ਜਾਂਦਾ ਕਿਸੇ ਦੇ ਘਰ ਦਾ। ਕਾਠੋਂ ਸ਼੍ਰੀਖੰਡ ਸਤਿਗੁਰ ਕੀਏ, ਦੁੱਖ ਦਰਿਦਰ ਤਿਨ ਕੇ ਗਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਪਏ। ਕਿੱਡੀ ਵੱਡੀ ਕ੍ਰਾਂਤੀ ਆਈ ਗੁਰਦੇਵ ਦੀ ਕਿਰਪਾ ਨਾਲ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜਿਸ ਗੁਰੂ ਨੇ ਆ ਦੇਵ ਬਣਾਤਾ, ਪ੍ਰਕਾਸ਼ ਭਰਤਾ ਅੰਦਰ, ਸੋਝੀ ਵਾਲਾ ਜੀਵਨ ਬਖਸ਼ਿਸ਼ ਕਰਤਾ, ਸੋ ਗੁਰੂ ਕ੍ਰਾਂਤੀ ਚਾਹੁੰਦਾ, ਗੁਰੂ ਬਦਲਾਅ ਚਾਹੁੰਦਾ ਗੁਰਮੁਖੋ ਸਾਡੇ ਜੀਵਨ 'ਚ। ਤੇ ਗੁਰੂ ਪ੍ਰਵਾਨ ਹੀ ਉਹਨੂੰ ਕਰਦਾ, ਸੀਨੇ ਨਾਲ ਲਾ ਹੀ ਉਹਨੂੰ ਲੈਂਦਾ ਜਿਹੜਾ ਗੁਰੂ ਰਾਹੀਂ ਬਦਲ ਜਾਂਦਾ। ਕੀ ਤੋਂ ਕੀ ਹੋ ਗਿਆ? ਆ ਪਹਿਲੋਂ ਚੋਰੀਆਂ ਹੀ ਕਰਦਾ ਸੀ,
ਕਦੇ ਕਿਸੇ ਦੀਆਂ ਮੱਝਾਂ ਖੋਲ ਲੀਆਂ, ਕਿਸੇ ਦਾ ਜੰਦਰਾ ਭੰਨ ਲਿਆ। ਤੇ ਅੱਜ ਇਤਿਹਾਸ ਦੱਸਦਾ ਭਾਈ ਸੰਦਲੀ ਦੀ ਸੰਗਤ ਮਿਲੀ, ਗੁਰੂ ਦੇ ਦਰ ਤੇ ਆਇਆ ਤੇ ਪਿੱਛੇ ਲੋਕ ਵੀ ਭੱਜੇ ਆਏ। ਸਤਿਗੁਰੂ, ਧੰਨ ਗੁਰੂ ਅਰਜੁਨ ਦੇਵ ਜੀ, ਤੁਹਾਡੀ ਸੰਗਤ ਸਾਡਾ ਚੋਰ ਆਇਆ। ਤੇ ਗੁਰੂ ਅਰਜੁਨ ਦੇਵ ਸਾਹਿਬ ਜੀ ਕਹਿੰਦੇ ਚੋਰ ਆਇਆ ਹੋਏਗਾ, ਪਰ ਹੁਣ ਚੋਰ ਉਹ ਰਿਹਾ ਨਹੀਂ ਚੋਰ। ਕੌਣ ਬਣ ਗਿਆ? ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਬਾਬਾ ਬਿਧੀ 'ਚ ਕਿੱਡੀ ਵੱਡੀ ਕ੍ਰਾਂਤੀ ਆਈ। ਭਾਈ ਸੱਜਣ ਦੇ ਜੀਵਨ 'ਚ ਕਿੰਨੀ ਵੱਡੀ ਕ੍ਰਾਂਤੀ ਆਈ। ਭਾਈ ਕੌਡੇ ਦੇ ਜੀਵਨ 'ਚ ਮੈਂ ਸ਼ਬਦ ਵਰਤ ਰਿਹਾ ਭਾਈ, ਕਿਉਂਕਿ ਗੁਰੂ ਦੀ ਛੋਹ ਮਿਲ ਗਈ, ਬਦਲ ਗਏ। ਭਾਈ ਕੌਡੇ ਦਾ ਜੀਵਨ ਕਿੱਡਾ ਬਦਲ ਗਿਆ। ਇਹ ਗੁਰਦੇਵ ਐਸੀ ਕਿਰਪਾ ਬਖਸ਼ਿਸ਼ ਕਰਦੇ ਨੇ ਤੇ ਗੁਰੂ ਚਾਹੁੰਦਾ ਹੈ ਅਸੀਂ ਬਦਲੀਏ। ਜੇ ਸੂਰਜ ਨਾਲ ਕੁਝ ਬਦਲ ਗਿਆ, ਧਾਤਾਂ ਨਾਲ ਕੁਝ ਬਦਲ ਗਿਆ, ਰੁੱਖ ਚੰਦਨ ਨਾਲ ਆਲਾ ਦੁਆਲਾ ਬਦਲ ਜਾਂਦਾ ਹੈ, ਤੇ ਸੱਚ ਜਾਣਿਓ ਗੁਰੂ ਨਾਲ ਵੀ ਬਹੁਤ ਕੁਝ ਬਦਲਦਾ। ਜੇ ਆਪਾਂ ਬਦਲਣੇ ਚਾਹੀਏ, ਜੇ ਆਪਾਂ ਤਿਆਰ ਹੋ ਕੇ ਆਈਏ, ਐਵੇਂ ਨਹੀਂ। ਤਾਂ ਹੀ ਆਪਾਂ ਸ਼ਬਦ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਵੀ ਥੋੜ੍ਹੀ ਬਹੁਤ ਤਿਆਰੀ ਕਰਕੇ ਆਈ, ਪਤਾ ਨਹੀਂ ਗੁਰੂ ਨੇ ਕੀ ਵਰਤਾ ਦੇਣਾ। ਐਵੇਂ ਨਹੀਂ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਮੈਂ ਬੇਨਤੀ ਕਰ ਰਿਹਾ, ਕ੍ਰਾਂਤੀ ਆਏ, ਜੀਵਨ ਬਦਲੇ। ਆ ਤਾਂ ਹੀ ਗੁਰਦੇਵ ਨੇ ਇਹ ਹਵਾਲੇ ਵਰਤੇ ਨੇ, ਆਧਾਰ ਵਰਤੇ, ਮਹੀਨਿਆਂ ਨੂੰ ਆਧਾਰ ਬਣਾਇਆ। ਗੱਲ ਸਾਰੀ ਨਾਮ ਦੀ, ਸੇਵਾ ਦੀ, ਬੰਦਗੀ ਦੀ, ਜੀਵਨ ਦੀ, ਸਾਡੇ ਨਿੱਜ ਦੀ ਗੁਰਦੇਵ ਨੇ ਕੀਤੀ ਹੈ ਸਾਰੀ ਬਾਣੀ ਦੇ ਅੰਦਰ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਇਸ ਮਹੀਨੇ ਅੰਦਰ, ਜਿਹੜਾ ਇਹ 10ਵਾਂ ਮਹੀਨਾ ਹੈ, ਜੋ ਮੱਘਰ ਦਾ ਮਹੀਨਾ। ਹੁਣ ਸਿਆਲ ਸ਼ੁਰੂ ਹੋਣ ਵਾਲੇ ਨੇ, ਬੜੀ ਸਵਾਦਲੀ ਰੁੱਤ ਹੈ ਤੇ ਜ਼ਿੰਦਗੀ ਦਾ ਰਸ ਵੀ ਉਹਨਾਂ ਗੁਰਮੁਖਾਂ ਨੇ ਮਾਣਿਆ ਜਿਨ੍ਹਾਂ ਨੇ ਸੰਗ ਪ੍ਰਾਪਤ ਕਰ ਲਿਆ। ਬੜਾ ਸੌਖਾ ਹੈ ਯਾਰਾਂ ਲਾਗੇ ਬਹਿਣਾ, ਘਰ ਬਹਿਣਾ ਸੌਖਾ ਹੈ, ਦੁਕਾਨ ਤੇ ਬਹਿਣਾ ਸੌਖਾ ਹੈ, ਬੰਦਾ ਤਾਂ ਉੱਠਦਾ ਹੀ ਨਹੀਂ ਵੀ ਹੋਰ ਡੀਕ ਲਈਏ, ਹੋਰ ਡੀਕ ਲਈਏ, ਹੋਰ ਡੀਕ ਲਈਏ। ਪਰ ਗੁਰਦੇਵ ਜੀ ਕਹਿੰਦੇ ਬਹੁਤ ਸੋਹਣੇ ਚੰਗੇ ਹੋ ਗਏ ਜਿਹੜੇ ਗੁਰੂ ਲਾਗੇ ਬਹਿੰਦੇ ਨੇ, ਜਿਨ੍ਹਾਂ ਨੂੰ ਸੰਗਤ 'ਚ ਬਹਿਣਾ ਆ ਜਾਏ, ਜਿਹੜੇ ਗੁਰੂ ਕੋਲ ਬਹਿ ਗਏ। ਉਹ ਜੀਵ ਰੂਪੀ ਇਸਤਰੀਆਂ ਬਹੁਤ ਸੋਹਣੀਆਂ ਹੋ ਗਈਆਂ। ਔਖਾ ਹੈ ਥੋੜ੍ਹਾ ਜਿਹਾ, ਮਨ ਨਹੀਂ ਮੰਨਦਾ, ਕਿਉਂਕਿ ਜਿੱਥੇ ਤਾਲਮੇਲ ਨਾ ਹੋਏ ਉੱਥੇ ਬਹਿਣਾ ਔਖਾ ਹੁੰਦਾ। ਮਾਫ਼ ਕਰਨਾ, ਅਖਬਾਰ ਪੜ੍ਹਨੀ ਸੌਖੀ ਹੈ, ਜਪਜੀ ਸਾਹਿਬ ਨਹੀਂ। ਕਾਰਨ ਕੀ ਹੈ? ਬੜਾ ਵੱਡਾ ਕਾਰਨ ਇਹ ਹੈ, ਕਿਉਂਕਿ ਅਖਬਾਰ ਦੇ ਵਿੱਚ ਜਿਹੜਾ ਗੱਲ ਹੋ ਰਹੀ ਹੈ ਨਾ, ਵੀ ਮਰ ਗਿਆ, ਕੋਈ ਠੱਗੀ, ਕੋਈ ਝਗੜਾ ਹੈ, ਉਹ ਸਾਡੇ ਅੰਦਰ ਵੀ ਵਰਤ ਰਿਹਾ ਹੁੰਦਾ। ਤੇ ਤਾਲਮੇਲ ਬਣਿਆ ਹੁੰਦਾ ਵੀ ਜੋ ਅਖਬਾਰ ਗਵਾਹੀ ਭਰ ਰਹੀ ਹੈ, ਉਹ ਸਾਡੇ ਅੰਦਰ ਵੀ ਉੱਦਾਂ ਹੀ ਹੁੰਦਾ। ਉੱਥੇ ਤਾਲਮੇਲ ਬਣ ਗਿਆ। ਹੁਣ ਜਪਜੀ ਸਾਹਿਬ ਕਿਉਂ ਔਖਾ ਪ੍ਰਤੀਤ ਹੋਇਆ? ਕਿਉਂਕਿ ਤਾਲਮੇਲ ਨਹੀਂ ਹੁੰਦਾ। ਉੱਥੇ ਗੱਲ ਸੱਚਖੰਡ ਦੀ ਹੋ ਰਹੀ ਹੈ, ਉੱਥੇ ਗੱਲ ਹੁਕਮ ਰਜਾਈ ਦੀ ਹੋ ਰਹੀ ਹੈ, ਉੱਥੇ ਗੱਲ ਹੋ ਰਹੀ ਵਾਹਿਗੁਰੂ ਤੇਰੇ ਬਣਾਏ ਜੀ ਜੰਤ ਨੇ ਬੇਅੰਤਤਾ ਦੀ ਹੋ ਰਹੀ ਹੈ। ਇਸ ਵਾਸਤੇ ਉੱਥੇ ਤਾਲਮੇਲ ਨਹੀਂ ਬਣਦਾ। ਤਾਲਮੇਲ ਬਣਦਾ ਹੀ ਉੱਥੇ ਜਿੱਥੇ ਇੱਕੋ ਜਿਹਾ ਬੈਲੈਂਸ ਬਣਿਆ ਹੋਇਆ। ਸੌਖਾ ਹੈ, ਮੈਂ ਬੇਨਤੀ ਕਰ ਰਿਹਾ, ਅਸੰਭਵ ਨਹੀਂ। ਇਹ ਨਹੀਂ ਵੀ ਔਖੇ ਦਾ ਮਤਲਬ ਵੀ ਹੁਣ ਕਰਮ ਛੱਡ ਹੀ ਦੇਣਾ। ਉਹਦੇ ਵਾਸਤੇ ਥੋੜ੍ਹੇ ਜਿਹੇ ਅਭਿਆਸ ਦੀ, ਥੋੜ੍ਹੀ ਜਿਹੀ ਲਗਨ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਸੰਸਾਰ ਤਾਂ ਹੀ ਗੁਰਦੇਵ ਨੇ ਵਾਰ-ਵਾਰ ਕਿਹਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਜੀਤ। ਸਤਿਗੁਰੂ ਕਹਿੰਦੇ ਥੋੜ੍ਹੇ ਜਿਹੇ ਸਾਵਧਾਨ ਹੋਇਓ, ਥੋੜ੍ਹੀ ਜਿਹੀ ਤਵੱਜੋ ਦਿਓ, ਧਿਆਨ ਰੱਖਿਓ ਥੋੜ੍ਹਾ ਜਿਹਾ। ਅਸੰਭਵ ਨਹੀਂ ਹੈ, ਹੋ ਜਾਣਾ ਬਹੁਤ ਕੁਝ। ਸਿੱਖ ਨੂੰ ਥੋੜ੍ਹਾ ਜਿਹਾ ਕੁਝ ਕਰਨਾ ਪੈਂਦਾ, ਬਾਕੀ ਗੁਰੂ ਜ਼ਿੰਮੇਵਾਰੀ ਲੈ ਲੈਂਦੇ। ਜਿਵੇਂ ਕਿਸੇ ਬੰਦੇ ਨੇ ਜਾਣਾ, ਘਰੋਂ ਤਿਆਰ ਹੋ ਕੇ ਏਅਰਪੋਰਟ ਚਲਾ ਗਿਆ, ਬਸ ਅੱਗੇ ਬੰਦੇ ਨੂੰ ਭੱਜਣ ਦੀ ਲੋੜ ਨਹੀਂ, ਤੁਰਨ ਦੀ ਲੋੜ ਨਹੀਂ। ਆਪਣੇ ਆਪ ਨੂੰ ਜਹਾਜ਼ ਦੇ ਹਵਾਲੇ ਕਰਤਾ ਤੇ ਘੰਟਿਆਂ 'ਚ ਕਿੱਥੋਂ ਦਾ ਕਿੱਥੇ ਪਹੁੰਚ ਜਾਂਦਾ। ਬਸ ਅਸੀਂ ਤਿਆਰ ਹੋ ਕੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਨਾ, ਅੱਗੇ ਫਿਰ ਗੁਰੂ ਦਾ ਕੰਮ ਸ਼ੁਰੂ ਹੋ ਜਾਂਦਾ। ਗੁਰਮੁਖੋ, ਮਿਲਾਪ ਵੇਲੇ ਦੇਰੀ ਨਹੀਂ ਹੈ, ਤਿਆਰੀ 'ਚ ਦੇਰੀ ਹੋ ਜਾਂਦੀ। ਸਾਡੀ ਦੇਰੀ ਸਾਡੀ ਤਿਆਰੀ 'ਚ ਹੈ। ਮਿਲਾਪ ਤੇ ਖਿੰਨ 'ਚ ਹੈ,
ਬਹੁਤ ਥੋੜ੍ਹੇ ਸਮੇਂ 'ਚ ਹੋ ਜਾਂਦਾ। ਤਾਂ ਸਾਡੀ ਤਿਆਰੀ ਨਹੀਂ ਹੁੰਦੀ, ਕਈ ਵਾਰ ਉਹ ਨਹੀਂ ਮੰਨਿਆ, ਕਈ ਵਾਰ ਮਨ ਨਹੀਂ ਮੰਨਿਆ, ਕਈ ਵਾਰ ਦੁਨੀਆ ਹੈ, ਕਈ ਵਾਰ ਲੋਕ ਲਾਜ ਹੈ, ਕਿੰਨਾ ਕੁਝ। ਬੜੀ ਜ਼ਿਆਦਾ ਦੇਰੀ ਕਰ ਜਾਂਦੇ ਅਸੀਂ ਤਿਆਰੀ ਦੇ ਅੰਦਰ। ਸੋ ਮਿਲਾਪ ਵਿੱਚ ਦੇਰੀ ਨਹੀਂ। ਅਤੇ ਜਿੱਥੇ ਇਹ ਮਾਰਗ ਹੈ ਐਸਾ ਹੀ ਹੈ ਗੁਰਮੁਖ ਪਿਆਰਿਓ। ਜਿਹੜੇ ਬਹਿ ਗਏ ਬਹੁਤ ਕੁਝ ਲੈ ਗਏ, ਪ੍ਰਾਪਤ ਕਰ ਲਿਆ। ਸਤਿਗੁਰ ਕਹਿੰਦੇ ਮੰਗਿਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ। ਬਹੁਤ ਸ਼ੋਭਨੀਕ ਨੇ ਜਿਹੜੀਆਂ ਹਰੀ ਪਿਰ ਦੇ ਕੋਲ ਬਹਿ ਗਈਆਂ। ਤੇ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਰੱਬ ਦੇ ਕੋਲ ਬੈਠਣਾ ਕੀ ਹੈ? ਉਹਦੇ ਕੋਲ ਬੈਠਣਾ ਉਹਦੀ ਯਾਦ ਵਿੱਚ ਜੁੜੇ ਰਹਿਣਾ, ਉਹਦੇ ਸ਼ੁਕਰਾਨੇ 'ਚ ਹਿਰਦਾ ਭਿੱਜਿਆ ਰਹਿਣਾ। ਰੱਬ ਦੀ ਹਜ਼ੂਰੀ, ਉਹਦੀ ਸਿਫਤ, ਉਹਦੀ ਬੰਦਗੀ ਉਹਦੀ ਯਾਦ ਵਿੱਚ ਬਣ ਆਉਂਦੀ ਹੈ। ਸੋ ਜਿਹੜੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਗੁਰਦੇਵ ਕਹਿੰਦੇ ਜਿਹੜੇ ਮਾਲਕ ਨੂੰ ਸਿਮਰਦੇ ਨੇ ਬਸ ਉਹਦੇ ਲਾਗੇ ਹੀ ਰਹੇ, ਵਸੇਬਾ ਹੀ ਉਹਨਾਂ ਦਾ ਉਹਦੇ ਲਾਗੇ ਹੋ ਗਿਆ। ਕਿੰਨੀ ਨੇੜਤਾ ਹੈ। ਅਤੇ ਇਸ ਨੇੜਤਾ ਨੇ ਕਿੰਨੀ ਸ਼ੋਭਤ ਪੈਦਾ ਕੀਤੀ, ਕਿੰਨਾ ਸੋਹਣਾ ਜੀਵਨ ਹੋ ਗਿਆ। ਹਰੀ ਮਾਲਕ ਦੇ ਕੋਲ ਜਿਹੜੀਆਂ ਬਹਿ ਗਈਆਂ ਬਹੁਤ ਸੋਹਣੀਆਂ ਹੋ ਗਈਆਂ, ਚੰਗਾ ਜੀਵਨ ਹੋ ਗਿਆ ਉਹਨਾਂ ਦਾ। ਫਿਰ ਤਿੰਨ ਕੀ ਸ਼ੋਭਾ ਕਿਆ ਗਣੀ, ਉਹ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਕਿਉਂਕਿ ਸੰਸਾਰ ਦਾ ਦਿਸਦਾ ਸਭ, ਸੰਸਾਰ ਦਿਸਦਾ, ਦੁਨੀਆ ਦਾ ਸ਼ਿੰਗਾਰ ਵੀ ਦਿਸਦਾ, ਪਦਾਰਥ ਦਿਸਦੇ ਨੇ, ਪਰ ਮਾਲਕ ਦੀਆਂ ਦਾਤਾਂ ਬਹੁਤ ਐਸੀਆਂ। ਹੁਣ ਤੁਸੀਂ ਮਾਰਕੀਟ ਜਾਓ, ਤੁਸੀਂ ਸੋਨਾ ਖਰੀਦ ਲਿਆ, ਹੀਰਾ ਖਰੀਦ ਲਿਆ, ਆਟਾ ਖਰੀਦ ਲਿਆ, ਅਤੇ ਜੇ ਕੋਈ ਲੱਖ ਰੁਪਇਆ ਲੈ ਕੇ ਜਾਏ ਵੀ ਮੈਂ ਹੁਣ ਪ੍ਰੇਮ ਖਰੀਦ ਲੈਣਾ, ਉਹ ਕਰੋੜ 'ਚ ਵੀ ਨਹੀਂ ਮਿਲਣਾ। ਕੋਈ ਕਰੋੜ ਰੁਪਇਆ ਲੈ ਕੇ ਜਾਏ ਮੈਂ ਦਇਆ ਖਰੀਦ ਲੈਣੀ। ਬੜੀਆਂ ਸੂਖਸ਼ਮ ਦਾਤਾਂ ਨੇ ਵਾਹਿਗੁਰੂ ਦੀਆਂ, ਉਹ ਦਿਸਦੀਆਂ ਨਹੀਂ, ਬਾਹਰੋਂ ਨਹੀਂ ਖਰੀਦੀਆਂ ਜਾ ਸਕਦੀਆਂ, ਉਹ ਦਿਸਣੀਆਂ ਵੀ ਨਹੀਂ। ਕੋਈ ਬੰਦਾ ਘਰੋਂ ਪੈਸੇ ਲੈ ਕੇ ਗਿਆ, ਬਾਜ਼ਾਰ 'ਚੋਂ ਝੋਲਾ ਭਰੀ ਲਿਆਉਂਦਾ, ਸਭਨਾਂ ਨੂੰ ਦਿਸਦਾ, ਦਿਸੇਗਾ ਸਭਨਾਂ ਨੂੰ। ਪਰ ਗੁਰੂ ਕੋਲ ਆਇਆ, ਮੁੜ ਗਿਆ, ਦਿਸਣਾ ਨਹੀਂ ਹੈ। ਹਾਂ, ਤਾਂ ਕਰਕੇ ਗੁਰਮੁਖ ਪਿਆਰਿਓ ਸਾਡਾ ਗੁਰੂ ਘਰ ਦੀ ਜਿਹੜੀ ਮਰਿਆਦਾ ਹੈ, ਕੋਈ ਵੀ ਜਾਂਦਾ ਹੈ ਨਾ ਮੱਥਾ ਟੇਕ ਕੇ, ਜਾਂਦਿਆਂ ਉਹਦੀ ਤਲੀ 'ਤੇ ਪ੍ਰਸ਼ਾਦ ਜ਼ਰੂਰ ਰੱਖਿਆ ਜਾਂਦਾ। ਉਹਦਾ ਪਿੱਛੇ ਭਾਈ ਸਾਹਿਬ ਜੀ ਬੈਠੇ ਨੇ। ਕਿਉਂ? ਵੀ ਇਸ ਦਰ ਤੋਂ ਇਹ ਪ੍ਰਤੀਕ ਹੈ ਵੀ ਸੱਜਣਾ ਆਇਆ ਇਹ ਨਾ ਸਮਝੀ ਮੁੜ ਗਿਆ, ਆ ਤੂੰ ਇਸ ਦਰ ਤੋਂ ਬੜੀ ਵੱਡੀ ਦਾਤ ਪ੍ਰਾਪਤ ਕੀਤੀ ਹੈ। ਉਹ ਪ੍ਰਤੀਕ ਹੈ ਪ੍ਰਸ਼ਾਦ ਇਸ ਗੱਲ ਦਾ, ਵੀ ਖਾਲੀ ਨਹੀਂ ਮੁੜਿਆ ਤੂੰ। ਠੀਕ ਹੈ, ਬਹੁਤ ਦਾਤਾਂ ਦਿਸੀਆਂ ਨਹੀਂ, ਪਰ ਸਹਿਜੇ ਸਹਿਜੇ ਉਹਨਾਂ ਨੇ ਤੇਰੇ ਜੀਵਨ 'ਚ ਵਰਤਣਾ ਸ਼ੁਰੂ ਕਰ ਦੇਣਾ, ਵਰਤਣਾ ਸ਼ੁਰੂ ਕਰ ਦੇਣਾ। ਦਇਆ ਦਿਸਦੀ ਥੋੜ੍ਹਾ, ਸੰਤੋਖ ਦਿਸਦਾ ਥੋੜ੍ਹਾ, ਪ੍ਰੇਮ ਦਿਸਦਾ ਥੋੜ੍ਹਾ, ਨਾਮ ਦਿਸਦਾ ਥੋੜ੍ਹਾ, ਆਨੰਦ ਦਿਸਦਾ ਥੋੜ੍ਹਾ। ਬੰਦਾ ਕਹੇ ਵੀ ਮੈਂ ਬੜੇ ਆਨੰਦ 'ਚ ਹਾਂ, ਦੂਜਾ ਕਹੇ ਵੀ ਵਿਖਾ, ਨਹੀਂ ਦਿਸੇਗਾ। ਵਾਹਿਗੁਰੂ ਦਾ ਅਨੁਭਵ ਉਹ ਕੋਈ ਆਕਾਰ ਰੂਪ ਵਿੱਚ ਨਹੀਂ ਹੈ। ਮਾਲਕ ਵਾਹਿਗੁਰੂ ਦਾ ਅਨੁਭਵ ਉਹ 'ਤੇ ਮਹਿਸੂਸ ਹੋਣਾ ਹੈ ਰੱਬ ਦੇ ਪਿਆਰੇ। ਸੋ ਸੰਸਾਰ ਦਾ ਦਸਤੂਰ ਵੱਖਰਾ ਹੈ, ਗੁਰੂ ਮਾਲਕ ਦਾ ਦਸਤੂਰ ਵੱਖਰਾ ਹੈ। ਮਿਲਿਆ ਜ਼ਰੂਰ, ਪਰ ਕਿਹੜੇ ਪੈਮਾਨੇ ਨਾਲ? ਸੰਸਾਰ ਤੌਰ 'ਤੇ ਹਨ ਸਾਡੇ ਕੋਲ ਪੈਮਾਨੇ, ਖਾਸ ਤੌਰ 'ਤੇ ਆਪਾਂ ਮਾਪਦੇ ਹਾਂ, ਤੋਲਦੇ ਹਾਂ, ਗਿਣਦੇ ਹਾਂ, ਮਿਣਦੇ। 4 ਪੈਮਾਨੇ ਨੇ ਸਾਡੇ ਕੋਲ, ਮਾਪਣ ਦੇ, ਤੋਲਣ ਦੇ, ਗਿਣ ਲਿਆ ਜਾਂ ਫਿਰ ਆਪਾਂ ਮਿਣ ਲਿਆ। ਹੁਣ ਜਿਹੜੇ ਸਾਹਿਬ ਜੀ ਕਹਿੰਦੇ ਵਾਹਿਗੁਰੂ ਦੇ ਪਿਆਰ ਵਿੱਚ ਰੱਤੇ ਗਏ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਕਾਗਜ਼ ਦੇ ਉੱਤੇ ਕਲਮ ਨਾ ਲਿਖਣਾ। ਕੋਈ ਕਾਗਜ਼ ਦੇ ਉੱਤੇ ਕਲਮ ਦੇ ਨਾਲ ਲਿਖ ਨਹੀਂ ਸਕਦਾ ਵੀ ਕਹੇ ਵੀ ਮੈਂ ਉਹਦੇ ਬਾਰੇ ਲਿਖ ਦੇਣਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਰੀਏ। ਇਸ ਵਾਸਤੇ ਠੀਕ ਹੈ, ਕੋਈ ਤਰਕ ਹੋ ਸਕਦੇ ਨੇ, ਸੰਸਾਰੀ ਬੰਦਾ ਕਰ ਸਕਦਾ, ਪਰ ਗੁਰਮੁਖ ਪਿਆਰਿਓ ਇਹ ਘਰ ਹੀ ਅਣਦਿਸਦਾ ਹੈ, ਇਹ ਮਾਰਗ ਹੀ ਅਣਦਿਸਦਾ ਹੈ। ਇਹ ਹੈ ਇਹ ਸੁਰਤੀ ਦਾ ਜਿਹੜਾ ਸ਼ਬਦ ਦਾ, ਗੁਰੂ ਦਾ ਨਾਮ ਦਾ ਮਾਰਗ ਹੈ, ਉਹ ਅਣਦਿਸਦਾ ਹੈ।
ਹੁਣ ਕਿਵੇਂ ਬਿਆਨ ਕਰੀਏ? ਸਤਿਗੁਰੂ ਜੀ ਕਹਿੰਦੇ, ਤਿਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ। ਜਿਹੜੀਆਂ ਸਾਹਿਬ ਮਾਲਕ ਨੇ ਮੇਲ ਲਈਆਂ, ਕਿਵੇਂ ਉਹਨਾਂ ਦੀ ਸ਼ੋਭਾ ਬਿਆਨ ਕੀਤੀ ਜਾਏ? ਕਿੱਡੇ ਠੀਕ ਹੈ, ਉਹ ਜਦੋਂ ਤੱਕ ਨਹੀਂ ਸੀ ਜੁੜੇ, ਕੁਝ ਕਹੀ ਗਏ, ਕੁਝ ਲੇਬਲ ਲੱਗ ਗਏ, ਕੋਈ ਗੱਲ ਨਹੀਂ। ਪਰ ਮੇਰੇ ਸਾਹਿਬ ਜੀ ਕਹਿੰਦੇ, ਜਦੋਂ ਰੱਬ ਦੇ ਭਗਤ, ਰੱਬ ਮਾਲਕ ਵਾਹਿਗੁਰੂ ਨਾਲ ਜੁੜ ਗਏ, ਉਹ ਤੇ ਬੜੇ ਬੇਸ਼ਕੀਮਤੀ ਲੱਖਾਂ ਕਰੋੜਾਂ ਦੇ ਹੋ ਗਏ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਹੁਣ ਸੰਗ ਮਿਲ ਗਿਆ, ਪਿਰਦੇ ਸੰਗ ਨੂੰ ਮਾਣ ਲਿਆ। ਆੜ ਦਾਮ ਕੋ ਛੀਪਰੋ ਹੋਇਓ ਲਖੀਣਾ। ਜਿਹੜੇ ਲੋਕ ਕਹਿੰਦੇ ਸੀ ਆਹ ਛੀਂਬਾ, ਮਾਫ ਕਰਨਾ, ਆੜ ਦਾਮ ਦਾ ਅਰਥ ਹੈ ਅੱਧੀ ਕੌਡੀ ਦਾ। ਹੋਇਓ ਲਖੀਣਾ। 750 ਸਾਲ ਹੋ ਗਏ ਨੇ ਭਗਤ ਨਾਮਦੇਵ ਜੀ ਨੂੰ। ਆਪਾਂ ਅੱਜ ਵੀ ਸਜਦਾ ਕਰ ਰਹੇ ਹਾਂ ਤੇ ਕਰਦੇ ਰਵਾਂਗੇ। ਉਹਨਾਂ ਦੀ ਸ਼ੋਭਾ ਕਿਵੇਂ ਗੁਰਦੇਵ ਜੀ ਕਹਿੰਦੇ ਮੁਕਾਈ ਜਾਏ, ਖਤਮ ਕੀਤੀ ਜਾਏ? ਜਿਹੜੇ ਮਾਲਕ ਦੇ ਵਿੱਚ ਪੂਰਨ ਤੌਰ ਤੇ ਇਕਮਿਕ ਹੋ ਗਏ। ਭਗਤ ਕਬੀਰ ਜੀ, ਭਗਤ ਸੈਣ ਜੀ, ਭਗਤ ਰਵਿਦਾਸ ਜੀ, ਬਾਬਾ ਤਾਂ ਕੋਈ ਵੀ ਰੱਬ ਦਾ ਪਿਆਰਾ ਹੈ। ਠੀਕ ਹੈ, ਪਹਿਲੋਂ ਕੋਈ ਕੁਝ ਵੀ ਹੋਏ, ਪਰ ਜਦੋਂ ਮਾਲਕ ਨੂੰ ਜਪ ਜਪ ਕੇ ਮਾਲਕ ਦਾ ਰੂਪ ਹੋ ਗਏ, ਉਹ ਬੜੇ ਪਿਆਰੇ ਹੋ ਗਏ, ਸਾਰੇ ਉਹਦੇ 'ਚ ਲੀਨ ਹੋ ਗਏ। ਫਿਰ ਉਹਨਾਂ ਦੀ ਸ਼ੋਭਾ ਨਹੀਂ ਬਿਆਨ ਕੀਤੀ ਜਾ ਸਕਦੀ। ਜੇ ਸਾਹਿਬ ਮੇਲੜੀਆਂ, ਜੇ ਦਾ ਅਰਥ ਹੈ ਜਿਹੜੀਆਂ ਸਾਹਿਬ ਮਾਲਕ ਵਾਹਿਗੁਰੂ ਅਕਾਲ ਪੁਰਖ ਨੇ ਮੇਲ ਲਈਆਂ। ਤੇ ਇਹ ਵੀ ਗੁਰਮੁਖੋ ਯਾਦ ਰੱਖਿਓ, ਅਸੀਂ ਉਦਮ ਕੀਤਾ ਠੀਕ ਹੈ, ਅਸੀਂ ਦਰਵਾਜ਼ਾ ਖੜਕ, ਜਿਵੇਂ ਅਸੀਂ ਮੰਨ ਲਓ ਸਾਡੇ ਘਰ ਕੋਈ ਆਇਆ, ਦਰਵਾਜ਼ਾ ਖੜਕਾ ਸਕਦਾ। ਖੋਲ੍ਹਣਾ ਨਾ ਖੋਲ੍ਹਣਾ ਇਹ ਘਰ ਦੇ ਮਾਲਕ ਦੀ ਮਰਜ਼ੀ ਹੁੰਦੀ। ਆਪਾਂ ਤਾਂ ਪਹਿਲੀ ਦੇਤੀ ਬਸ। ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਨੇ ਵੀ ਠੀਕ ਹੈ, ਤੇਰਾ ਦਰਵਾਜ਼ਾ ਖੜਕਾ ਲਿਆ, ਅਰਦਾਸ ਕੀਤੀ, ਨਾਮ ਜਪਿਆ, ਬੰਦਗੀ ਹੈ, ਬਾਣੀ ਹੈ, ਸਹਿਜ ਪਾਠ ਹੈ, ਸੇਵਾ ਹੈ, ਭਲੇ ਕਰਮ ਨੇ। ਬਾਕੀ ਅੱਗੇ ਦਰਵਾਜ਼ਾ ਖੁੱਲ੍ਹਣਾ ਉਹਦੀ ਮਾਲਕ ਦੀ ਮਰਜ਼ੀ ਹੈ। ਦਰ ਮੰਨਦੇ ਠਾਡੇ ਦਰਬਾਰ। ਠੀਕ ਹੈ, ਅਸੀਂ ਤੁਰ ਕੇ ਦਰਬਾਰ 'ਚ ਆ ਗਏ। ਤੁਧ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਵਾੜ। ਹੁਣ ਤੇ ਬਸ ਕਵਾੜ ਤੂੰ ਹੀ ਖੋਲ੍ਹਣੇ ਨੇ। ਹੁਣ ਬਹਿ ਗਏ ਤੇਰੇ ਦਰ ਤੇ, ਸਾਡਾ ਤੇ ਕੰਮ ਬਸ ਇੰਨਾ ਹੈ, ਅੱਗੇ ਉਹਦੀ ਮਰਜ਼ੀ ਹੈ, ਦਰ ਖੋਲੇ ਨਾ ਖੋਲੇ, ਮਾਲਕ ਦੀ ਮਰਜ਼ੀ ਹੁੰਦੀ ਹੈ। ਠੀਕ ਹੈ, ਮਾਲਕ ਦੀ ਬਖਸ਼ਿਸ਼। ਇਹ ਵੀ ਗੁਰੂ ਕੋਲ ਬਹਿੰਦੇ ਹੋ ਜਿੰਨੇ ਵੀ ਤੁਸੀਂ, ਹੰਕਾਰ ਨਹੀਂ ਹੈ, ਮਾਣ ਨਹੀਂ ਹੈ ਕੋਈ, ਇਹ ਦਾਤ ਉਹਦੀ। ਤੁਸੀਂ ਵੇਖਿਓ ਸਾਡੇ ਘਰਾਂ 'ਚ ਨਾ, ਮੈਂ ਥੋੜ੍ਹੀ ਜਿਹੀ ਬੇਨਤੀ ਕਰਾਂ, ਇੱਕ ਕੋਈ ਆਉਂਦਾ ਬੰਦਾ, ਆਪਾਂ ਉਹਨੂੰ ਦਰਵਾਜ਼ੇ ਤੋਂ ਬਾਹਰੋਂ ਹੀ ਮੋੜ ਦਿੰਦੇ, ਬਾਹਰੋਂ ਹੀ ਮੋੜਤਾ, ਬਿਲਕੁਲ ਦੂਰ ਦੂਰ ਦੂਰ। ਇੱਕ ਆਇਆ, ਅਸੀਂ ਥੋੜ੍ਹੀ ਬਹੁਤ ਗੱਲਬਾਤ ਕੀਤੀ, ਚਾਹ ਪਾਣੀ ਪੁੱਛਿਆ, ਤੇ ਫਿਰ ਆਪਾਂ ਚਾਹੁੰਦੇ ਹਾਂ ਮਨੋਂ ਵੀ ਛੇਤੀ ਚਲਾ ਹੀ ਜਾਏ। ਤੇ ਕੋਈ ਆਉਂਦੇ ਨੇ ਤੇ ਸਾਡਾ ਜੀਅ ਕਰਦਾ ਜਾਈ ਨਾ, ਆਪਾਂ ਬਾਰ-ਬਾਰ ਕਹਿੰਦੇ ਵੀ ਰੁਕਿਓ, ਅੱਜ ਦੀ ਰਾਤ ਤੇ ਰਹਿ ਜਾਓ, ਅੱਜ ਦੀ ਰਾਤ ਰਹਿ ਜਾਓ। ਤੇ ਬਾਰ-ਬਾਰ ਜੀਅ ਕਰਦਾ ਵੀ ਇਹ ਜਾਣ ਹੀ ਨਾ ਕਰੋ, ਰਹਿਣ ਇੱਥੇ, ਸਾਡੇ ਘਰ ਟਿਕ ਜਾਣ। ਸੱਚ ਜਾਣਿਓ, ਆ ਗੁਰੂ ਕੋਲ ਬਹਿੰਦੇ ਹੋ, ਸਮਾਂ ਬਤੀਤ ਕਰਦੇ ਹੋ, ਸਮਝ ਲਓ ਮਾਲਕ ਨੂੰ ਭਾਇਆ ਵੀ ਚੱਲ ਹੁਣ ਬੈਠੋ ਤੁਸੀਂ ਭਾਈ। ਤੇ ਕਈਆਂ ਨੂੰ ਤੇ ਬਾਹਰੋਂ ਹੀ ਮੋੜਤਾ, ਮਾਫ ਕਰਨਾ, ਕਈ ਤੇ ਵੜੇ ਹੀ ਨਹੀਂ। ਇਹ ਨਹੀਂ ਵੀ ਉਹ ਮਾੜੇ ਹੋ ਗਏ, ਆਪਾਂ ਬਹਿ ਗਏ ਤੇ ਚੰਗੇ ਹੋ ਗਏ, ਮੈਂ ਉਹ ਨਹੀਂ ਕਹਿ ਰਿਹਾ। ਹਾਂ, ਕਈਆਂ ਨੂੰ ਵੜਨ ਹੀ ਨਹੀਂ ਦਿੱਤਾ, ਕਈ ਆ ਕੇ ਸਾਰੀ ਜ਼ਿੰਦਗੀ ਮੁੜਦੇ ਗਏ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਇੱਕ ਆਏ ਤੇ ਪਿਆਰ ਨਹੀਂ ਬਣੇ, ਤੇ ਇੱਕ ਆਏ ਮੇਰੇ ਮਾਲਕ ਨੇ ਬਿਠਾ ਲਿਆ। ਸਾਜਣੋ, ਜੇ ਸਾਨੂੰ ਬਿਠਾਇਆ ਹੈ ਨਾ, ਇਹ ਸਮਝ ਲਓ ਉਹਦੀ ਬੜੀ ਵੱਡੀ ਨਦਰ, ਬੜੀ ਵੱਡੀ ਬਖਸ਼ਿਸ਼ ਹੈ ਜੋ ਵਾਹਿਗੁਰੂ ਬਿਠਾ ਲੈਂਦਾ, ਚਰਨਾਂ ਦਾ ਸਾਨੂੰ ਸੰਗ ਬਖਸ਼ਿਸ਼ ਕਰ ਦਿੰਦਾ। ਤੇ ਮੈਂ ਬੇਨਤੀ ਕਰ ਰਿਹਾ ਸਾਂ, ਅਸੀਂ ਕਾਰ ਬਸ ਇਹੀ ਸਕਦੇ, ਮਿਲਾਪ ਹਿਰਦੇ 'ਚ ਨਾਮ ਵਰਤ ਜਾਣਾ, ਉਹਦੀ ਬਖਸ਼ਿਸ਼ ਹੈ।
ਸਾਡਾ ਫਰਜ਼ ਹੈ ਆਪਣਾ ਉਦਮ ਕਰਮ ਕਰਨਾ। ਇੱਕ ਰੱਬ ਦਾ ਫਕੀਰ ਹੋਇਆ, ਉਹ ਸਾਥੀਆਂ 'ਚ ਬੈਠਾ ਤੇ ਇੱਕਦਮ ਉੱਠ ਕੇ ਤੁਰ ਪਿਆ। ਕਹਿੰਦੇ ਕਿੱਥੇ ਜਾ ਰਹੇ ਆ? ਕਹਿੰਦਾ ਮੈਨੂੰ ਰੱਬ ਯਾਦ ਕਰ ਰਿਹਾ। ਆਖਣ ਲੱਗੇ ਤੈਨੂੰ ਕਿਵੇਂ ਪਤਾ ਵੀ ਤੈਨੂੰ ਰੱਬ ਯਾਦ ਕਰ ਰਿਹਾ? ਕਹਿਣ ਲੱਗਾ ਤਾਂ ਕਰਕੇ ਕਿਉਂਕਿ ਮੈਨੂੰ ਰੱਬ ਦੀ ਯਾਦ ਆ ਰਹੀ ਹੈ। ਜੇ ਬਾਣੀ ਦੀ ਯਾਦ ਆ ਗਈ, ਗੁਰੂ ਦੀ ਗੱਲ ਆ ਗਈ, ਇਹਦਾ ਅਰਥ ਹੈ ਵੀ ਗੁਰੂ ਨੇ, ਮਾਲਕ ਨੇ ਸਾਨੂੰ ਯਾਦ ਕੀਤਾ, ਉਹਦਾ ਸੱਦਾ ਪਹਿਲੋਂ ਆਇਆ, ਤਾਂ ਸਾਡੇ ਵੱਲੋਂ ਇਹ ਉਦਮ, ਇਹ ਕਰਮ ਹੋਇਆ। ਤੇ ਤਾਂ ਹੀ ਸਾਹਿਬ ਜੀ ਕਹਿੰਦੇ ਉਹਨੇ ਮਿਲਾਈਆਂ ਤਾਂ ਮਿਲੀਆਂ, ਉਹਨੇ ਇਜਾਜ਼ਤ ਦਿੱਤੀ ਮਾਲਕ ਵਾਹਿਗੁਰੂ ਨੇ। ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਸਾਹਿਬ ਮਾਲਕ ਨੇ ਮੇਲ ਲਈਆਂ, ਉਹਨਾਂ ਦੀ ਸ਼ੋਭਾ ਕਿਵੇਂ ਗਿਣੀ ਜਾ ਸਕਦੀ ਹੈ, ਆਖੀ ਜਾ ਸਕਦੀ ਹੈ। ਤਨ ਮਨ ਮੌਲਿਆ ਰਾਮ ਸਿਉ। ਤਨ ਵੀ ਤੇ ਮਨ ਵੀ, ਬਾਣੀ ਹੈ, ਮਾਲਕ ਦੀ ਸਿਫਤ ਹੈ। ਮਨ ਤੇ ਵੀ ਪ੍ਰਭਾਵ, ਤਨ ਤੇ ਵੀ ਪ੍ਰਭਾਵ, ਕਿਉਂਕਿ ਬਹੁਤ ਸਾਰੇ ਰੋਗ ਸਾਡੇ ਨਾ ਮਨ ਵਾਲੇ ਪਾਸੇ ਤੋਂ ਤੁਰਦੇ। ਜਿਹੜੇ ਬੰਦੇ ਦਾ ਮਨ ਜਿੰਨਾ ਉਦਾਸ ਹੋਏਗਾ, ਢਹਿੰਦੀ ਕਲਾ 'ਚ ਹੋਏਗਾ, ਨੈਗੇਟਿਵ ਹੋਏਗਾ, ਸਰੀਰ ਨੂੰ ਉਨੇ ਜ਼ਿਆਦਾ ਰੋਗ ਲੱਗਣਗੇ, ਉਹਨਾਂ ਸਰੀਰ ਵੀ ਰੋਗੀ ਹੋ ਜਾਂਦਾ। ਤੇ ਜੇ ਗੁਰਦੇਵ ਦੀ ਬਾਣੀ ਸਿਫਤ ਦੇ ਨਾਲ ਮਨ ਨਰੋਇਆ ਤੇ ਤਨ ਵੀ ਨਰੋਇਆ। ਸਾਹਿਬ ਜੀ ਕਹਿੰਦੇ ਕਲੇਸ਼ ਤਨ ਦੇ ਵੀ ਮਿਟਦੇ ਨੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾ। ਮਨ ਦੀ, ਤਨ ਦੀ ਵੀ ਸਾਹਿਬ ਨੇ ਗੱਲ ਕੀਤੀ ਹੈ। ਬਾਣੀ ਤਨ ਦੀ ਵੀ ਰੋਗਤਾ ਬਖਸ਼ਿਸ਼ ਕਰਦੀ। ਸ਼ਾਇਦ ਮੇਰੇ ਨਾਲ ਕੋਈ ਸਹਿਮਤ ਨਾ ਹੋਏ ਠੀਕ ਹੈ, ਸਭ ਦਾ ਆਪਣਾ ਆਪਣਾ ਖਿਆਲ ਹੈ। ਪਰ ਸੱਚ ਜਾਣਿਓ ਗੁਰਮੁਖੋ, ਗੁਰੂ ਕੋਲ ਆ ਕੇ ਮਨ ਵੀ ਨਰੋਇਆ, ਤਨ ਵੀ ਨਰੋਇਆ, ਗੁਰੂ ਬਖਸ਼ਿਸ਼ ਕਰਦਾ। ਅੱਜ ਮੇਰੇ ਸਾਹਿਬ ਗਏ, ਉਹ ਇਤਿਹਾਸਕਾਰਾਂ ਨੇ ਭਾਈ ਨੁਰੰਗਾ ਲਿਖਿਆ, ਨੂਰੀ ਵੀ ਲਿਖਿਆ ਕਈ ਵਿਦਵਾਨਾਂ ਨੇ, ਪਿੰਡ ਦੀਪਾਲਪੁਰ। ਧੰਨ ਗੁਰੂ ਨਾਨਕ ਸਤਿਗੁਰੂ ਭਾਈ ਮਰਦਾਨਾ ਜੀ ਗਏ ਉੱਥੇ, ਭਾਵੇਂ ਉਸਨੇ ਦੁਹਾਈ ਪਾਈ ਸੀ, ਸਤਿਗੁਰੂ ਮੇਰੇ ਕੋਲ ਤੇ ਜਾਨਵਰ ਆਉਣ ਤੋਂ ਵੀ ਡਰਦੇ ਨੇ, ਮੇਰੀ ਛਪਰੀ ਦੇ ਲਾਗੇ ਕੋਈ ਨਹੀਂ ਆਉਂਦਾ। ਜੇ ਕੋਈ ਰੋਟੀ ਪਾਣੀ ਦੇਣ ਵਾਲਾ ਉਹ ਦੂਰ ਭਾਂਡੇ ਪਏ ਨੇ, ਦੂਰੋਂ ਪਾ ਕੇ ਚਲਾ ਜਾਂਦਾ। ਤੇ ਤੁਸੀਂ ਕਹਿੰਦੇ ਹੋ ਵੀ ਬੂਹਾ ਖੋਲ, ਮੈਂ ਤੇਰੇ ਅੰਦਰ ਆਉਣਾ, ਲੱਗਦਾ ਤੁਹਾਨੂੰ ਭੁਲੇਖਾ ਪੈ ਗਿਆ, ਮੈਂ ਕੋੜੀ ਹਾਂ, ਰੋਗੀ ਹਾਂ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਨੂੰ ਤੇਰੇ ਨਾਲ ਹੀ ਵਾਸਤਾ ਹੈ। ਤੇ ਇਤਿਹਾਸ ਪੜ੍ਹਿਓ, ਉਹ ਸ਼ਬਦ ਵੀ ਆਪਾਂ ਪੜ੍ਹਦੇ ਹਾਂ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹ ਵਚਨ ਉਚਾਰਨ ਕੀਤਾ ਸੀ। ਤੇ ਗੁਰੂ ਨਾਨਕ ਸਾਹਿਬ ਜੀ ਉੱਥੇ ਰਹਿ ਕੇ ਦੋਨੋਂ ਅਰੋਗਤਾਵਾਂ ਸਾਹਿਬ ਨੇ ਬਖਸ਼ਿਸ਼ ਕਰ ਦਿੱਤੀ। ਤਨ ਵੀ ਨਰੋਇਆ ਹੈ ਗੁਰਦੇਵ ਨੇ, ਮਨ ਵੀ ਨਰੋਇਆ ਕਰਤਾ। ਭਾਈ ਨੁਰੰਗਾ ਉਹਦਾ ਜ਼ਿਕਰ ਆਉਂਦਾ ਇਤਿਹਾਸ ਵਿੱਚ, ਉਹ ਮੁਸਲਮਾਨ ਕੋਈ ਰੱਬ ਦਾ ਪਿਆਰਾ। ਇਹ ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ ਹੈ, ਵਰਤ ਜਾਂਦੀ ਹੈ। ਇਹ ਨੇੜਤਾ ਹੋਏਗੀ ਗੁਰੂ ਨਾਲ, ਮਾਲਕ ਨਾਲ। ਤੇ ਉੱਥੇ ਸਾਹਿਬ ਜੀ ਕਹਿੰਦੇ ਤਨ ਮਨ ਮੌਲਿਆ ਰਾਮ ਸਿਉ। ਮੌਲ ਗਿਆ, ਮੌਲਣਾ ਇੱਕ ਖੇੜੇ ਦਾ ਪ੍ਰਤੀਕ ਹੈ। ਮੌਲੀ ਧਰਤੀ ਮੌਲਿਆ ਆਕਾਸ਼। ਭਗਤ ਕਬੀਰ ਜੀ ਕਹਿੰਦੇ ਜਿਸ ਰੱਬ ਦੇ ਪਿਆਰੇ ਦਾ ਹਿਰਦਾ ਖਿੜਿਆ ਹੋਏ, ਉਹਦੇ ਵਾਸਤੇ ਫਿਰ ਸਦਾ ਬਸੰਤ ਬਣ ਜਾਂਦੀ। ਘਟ ਘਟ ਮੌਲਿਆ ਆਤਮ ਪ੍ਰਗਾਸ, ਰਾਜਾ ਰਾਮ ਮੌਲਿਆ ਅਨੰਤ ਪਾਏ, ਜਾਂ ਦੇਖੋ ਤਾਂ ਰਿਹਾ ਸਮਾਏ। ਜਿਨ੍ਹਾਂ ਸੁਹਾਗਣਾਂ ਦੇ, ਰੱਬ ਦੇ ਪਿਆਰਿਆਂ ਦੇ ਨਹੀਂ ਮਿਲੇ, ਹੁਣ ਠੰਡ ਆ ਗਈ ਹੈ, ਮਾਫ ਕਰਨ, ਸਰੀਰਾਂ ਤੇ ਆਪਾਂ ਸਵਾਟਰ ਪਾ ਲਏ ਤੇ ਮਨ ਤੇ ਤਪਣਾ ਹੀ ਹੈ। ਠੰਡ ਆ ਗਈ ਹੈ, ਇਸ ਠੰਡ ਨੇ ਸਰੀਰ ਨੂੰ ਠੰਡਕ ਦੇਣੀ ਹੈ, ਮਨ ਨੂੰ ਨਹੀਂ ਦੇਣੀ। ਮਨ ਤੇ ਉਦਾਂ ਹੀ ਕਲਪਿਆ ਰਹਿਣਾ। ਨਾ ਸ਼ੀਤਲਿੰਗ ਚੰਦਰ ਦੇਵ ਹੈ, ਨਾ ਸ਼ੀਤਲਿੰਗ ਸ਼ੀਤ ਰੁਤੇ, ਨਾ ਸ਼ੀਤਲਿੰਗ ਬਾਵਨ ਚੰਦਨ। ਅੱਜ ਸਾਧਨ ਸਨ ਜਿਹੜੇ ਸਾਡੇ, ਆ ਚੰਦਰਮਾ ਦੀ ਚਾਨਣੀ ਠੰਡੀ ਮੰਨੀ ਜਾਂਦੀ। ਚੰਦਨ ਦਾ ਲੇਪ ਲੋਕ ਲਾਉਂਦੇ ਸਨ, ਠੰਡ ਦਿੰਦਾ। ਪਰ ਗੁਰਦੇਵ ਜੀ ਕਹਿੰਦੇ ਨਹੀਂ ਸ਼ੀਤਲਤਾ ਮਿਲਣੀ, ਮਨ ਨੂੰ ਨਹੀਂ ਮਿਲਣੀ, ਕਿੰਨੇ ਵੀ ਯਤਨ ਕਰ ਲਈਏ।
ਚੰਦਨ ਚੰਦ ਨਾ ਸ਼ਰਦ ਰੁੱਤ ਮੂਲ ਨਾ ਮਿੱਟੀ ਕਾਮ। ਬਿਲਕੁਲ ਕਾਮ ਜਿਹੜਾ ਅੰਦਰ ਤਪਸ਼ ਬਣੀ ਹੈ, ਮਨ ਰੋਗੀ ਹੋਇਆ, ਉਹ ਤੇ ਕਦੇ ਮਿਟਣਾ ਨਹੀਂ, ਕਿੰਨੇ ਵੀ ਬੰਦਾ ਯਤਨ ਕਰ ਲੈ। ਫਿਰ ਸਭ ਕੁਝ ਦੁੱਖਦਾਈ ਹੈ। ਕੋਈ ਵੀ ਰੁੱਤ ਆ ਜਾਏ, ਕੋਈ ਵੀ ਸਾਲ ਆ ਜਾਏ, ਭਾਵੇਂ 20 ਲੰਘ ਜਾਣਾ, 21 ਆ ਜਾਣਾ, ਮਾਫ ਕਰਨਾ। ਆ ਕੱਤਕ ਮਹੀਨਾ ਲੰਘ ਗਿਆ, ਮੱਘਰ ਆ ਗਏ, ਇਹਨੇ ਵੀ ਲੰਘ ਜਾਣਾ। ਬਾਹਰੀ ਤੌਰ ਤੇ ਬਦਲਾਅ ਹੁੰਦੇ ਰਹੇ, ਠੀਕ ਹੈ। ਜੇਹੀ ਰੁੱਤ ਕਾਇਆ ਸੁਖ ਤੇਹਾ ਤੇਹੋ ਜੇਹੀ ਦੇਹੀ। ਆ ਰੁੱਤ ਦਾ ਅਸਰ ਪਿਆ, ਸਤਿਗੁਰੂ ਕਹਿੰਦੇ ਕਾਹਦੇ ਤੇ ਪਿਆ? ਸਰੀਰ ਤੇ ਪਿਆ। ਜੈਸੀ ਰੁੱਤ ਹੈ ਵੈਸਾ ਪ੍ਰਭਾਵ ਸਰੀਰ ਤੇ ਪੈ ਗਿਆ। ਪਰ ਗੁਰਦੇਵ ਜੀ ਕਹਿੰਦੇ ਮਨ ਤੇ ਪ੍ਰਭਾਵ, ਹਿਰਦੇ ਤੇ ਪ੍ਰਭਾਵ ਉਸ ਮਾਲਕ ਵਾਹਿਗੁਰੂ ਦਾ ਪੈਂਦਾ। ਫਿਰ ਉਹਨਾਂ ਵਾਸਤੇ ਸਦਾ ਬਸੰਤ ਸਦਾ ਹੀ ਕਿਹੜਾ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਜਿਨ ਕੇ ਕੰਤ ਦਿਸਾ ਪੁਰੀ ਸੇ ਅਹਨਸ ਫਿਰੈ ਜਲੰਤ। ਕੰਤ ਤੋਂ ਬਿਨਾਂ ਕਾਹਦੀ ਬਸੰਤ? ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾਂ ਸੰਸਾਰ। ਆਪਾਂ ਕਈ ਕਹਿੰਦੇ ਪਦਾਰਥਾਂ ਦਾ ਰਸ, ਤੇ ਮੈਨੂੰ ਤੇ ਲੱਗਦਾ ਵੀ ਪਦਾਰਥ ਦਾ ਰਸ ਵੀ ਭਗਤਾਂ ਰੱਬ ਦੇ ਪਿਆਰਿਆਂ ਨੇ ਪਰਮਾਰਥ ਨਾਲ ਜੁੜ ਕੇ ਮਾਣਿਆ। ਪਦਾਰਥ ਦਾ ਰਸ ਵੀ ਉਹਨਾਂ ਨੇ ਮਾਣਿਆ, ਸਾਜਾਂ ਨੇ। ਰੋਟੀ ਆਪਾਂ ਤੇ ਇੱਧਰ ਪਤਾ ਹੀ ਨਹੀਂ ਲੱਗਾ ਕਦੋਂ ਖਾ ਲਈ, ਕਦੋਂ ਥਾਲੀ ਮੁੱਕ ਗਈ, ਕਦੋਂ ਆ ਗਈ। ਮਨ ਜੰਜਾਲਾਂ 'ਚ ਖੁੱਭਿਆ। ਸਾਜਾਂ ਨੇ ਰੋਟੀ ਦਾ ਰਸ ਵੀ ਭਗਤਾਂ ਨੇ ਮਾਣਿਆ। ਵਾਹਿਗੁਰੂ ਆ ਸੁੱਕੀ ਹੈ, ਮਿੱਸੀ ਹੈ, ਕਬੀਰ ਖੂਬ ਖਾਨਾ ਖਿਚੜੀ, ਜਾਮੈ ਅੰਮ੍ਰਿਤ ਲੋਣ। ਅੱਜ ਘਰ ਵਾਲੀ ਨੇ ਕਿਹਾ, ਬੀਬੀ ਲੋਈ ਨੇ, ਵੀ ਖਿਚੜੀ ਹੈ। ਖਿਚੜੀ ਸਸਤਾ ਜਿਹਾ ਭੋਜਨ, ਆ ਟੁੱਟੇ ਚੌਲਾਂ 'ਚ ਥੋੜ੍ਹਾ ਜਿਹਾ ਨਮਕ ਪਾ ਦਿਓ ਤੇ ਖਿਚੜੀ ਬਣ ਗਈ। ਤੇ ਭਗਤ ਜੀ ਕਹਿੰਦੇ ਕੋਈ ਗੱਲ ਨਹੀਂ। ਉਹਨੇ ਕਿਹਾ ਵੀ ਕੁਝ ਨਹੀਂ, ਖਿਚੜੀ ਹੈ ਇਕੱਲੀ। ਤੇ ਭਗਤ ਜੀ ਕਹਿੰਦੇ ਇਹ ਵੀ ਅੰਮ੍ਰਿਤ ਵਰਗੀ। ਜੇ ਮਾਲਕ ਚੇਤੇ ਹੈ ਨਾ, ਆਪਣੇ ਹੱਕ ਦੀ ਹੈ। ਕਬੀਰ ਖੂਬ ਖਾਨਾ ਖਿਚੜੀ, ਜਾਮੈ ਅੰਮ੍ਰਿਤ ਲੂਣ, ਹੇਰਾ ਰੋਟੀ ਕਾਰਣੇ ਗਲਾ ਕਟਾਵੇਗਾ। ਤੇ ਸੱਚ ਜਾਣਿਓ ਪਦਾਰਥ ਦਾ ਵੀ ਰਸ ਗੁਰਮੁਖਾਂ ਨੇ, ਭਗਤਾਂ ਨੇ ਮਾਣਿਆ। ਸੰਸਾਰੀ ਬੰਦਾ ਉਹ ਵੀ ਨਹੀਂ ਮਾਣ ਸਕਦਾ। ਗੱਡੀ ਖਲੋਤੀ ਹੈ, ਘਰ ਭਰਿਆ ਚੀਜ਼ਾਂ ਨਾਲ, ਮਨ ਉਦਾਂ ਹੀ ਤੜਫੀ ਜਾ ਰਿਹਾ। ਕੱਪੜਿਆਂ ਨਾਲ ਅੰਬਾਰੀ ਭਰੀ, ਮੈਚਿੰਗ ਕਰਦਿਆਂ ਕਰਦਿਆਂ ਸਮਾਂ ਲੰਘ ਗਿਆ, ਮਨ ਕਦੇ ਗੁਰੂ ਨਾਲ ਮੈਚ ਹੀ ਨਹੀਂ ਕੀਤਾ। ਉਹ ਨਹੀਂ, ਮਾਫ ਕਰਨਾ ਨਹੀਂ ਬਣਦਾ ਸੁੱਖ, ਆਨੰਦ ਨਹੀਂ ਬਣੇਗਾ। ਸੰਸਾਰ ਦਾ ਵੀ, ਘਰ ਪਰਿਵਾਰ ਦਾ ਵੀ ਰਸ ਭਗਤਾਂ ਰੱਬ ਦੇ ਪਿਆਰਿਆਂ ਨੇ ਮਾਣਿਆ। ਕਿਹਦੇ ਨਾਲ? ਮਾਲਕ ਨਾਲ ਜੁੜ ਕੇ। ਕੰਤ ਤੋਂ ਬਿਨਾਂ ਕਾਹਦੀ ਬਸੰਤ? ਜੇ ਕੰਤ ਹੈ ਫਿਰ ਹਰੇਕ ਰੋਤੀ ਬਸੰਤ ਬਣ ਜਾਂਦੀ। ਜਿਨ ਕੇ ਕੰਤ ਦਿਸਾ ਪੂਰੀ ਸੇ ਅਹਨਿਸ ਫਿਰੈ ਜਲੰਤ। ਉਹ ਦਿਨ ਰਾਤ ਹੀ ਸੜਦੇ ਰਹੇ, ਸੜਦੇ ਰਹੇ, ਜ਼ਿੰਦਗੀ ਇਸੇ ਤਰ੍ਹਾਂ ਹੀ ਲੰਘ ਗਈ। ਤੇ ਰੱਬ ਦੇ ਪਿਆਰੇ ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਮੌਲ ਗਿਆ ਮਨ। ਤੇ ਬਹੁਤ ਸਹਾਇਕ ਹੁੰਦੀ ਹੈ ਸੰਗਤ। ਜੇ ਗੁਰੂ ਨਾਨਕ ਦੇ ਦਰ ਘਰ ਨੂੰ ਵੇਖੀਏ ਨਾ, ਗੁਰੂ ਨਾਨਕ ਦਾ ਮੱਤ ਹੈ ਨਾ ਜਿਹੜਾ, ਇਹ ਜਮਾਤੀ ਮੱਤ ਹੈ। ਬੜਿਆਂ ਨੇ ਕਿਹਾ ਵੀ ਇਕਾਂਤ ਚਲੇ ਜਾਓ, ਬੜਿਆਂ ਨੇ ਕਿਹਾ ਘਰ ਪਰਿਵਾਰ ਛੱਡ ਦਿਓ। ਗੁਰੂ ਨੇ ਕਿਹਾ ਜੇ ਰੱਬ ਨੂੰ ਮਿਲਣਾ ਫਿਰ ਇਕੱਠ ਸੰਗਤ ਵਿੱਚ ਆ ਕੇ ਬਹਿ ਜੀ। ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਵੈਸੇ ਤੇ ਸਰਬ ਵਿਆਪਕ ਹੈ ਵਾਹਿਗੁਰੂ, ਪਰ ਗੁਰੂਦੇਵ ਨੇ ਇੱਕ ਪੱਕਾ ਐਡਰੈਸ ਦਿੱਤਾ ਹੈ ਰੱਬ ਦਾ, ਪੱਕਾ ਬਿਲਕੁਲ। ਕਿਹੜਾ? ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਸੰਗਤ ਸਰੀਰਾਂ ਦਾ ਨਾਮ ਨਹੀਂ। ਹੁਣ ਤੁਸੀਂ ਬੈਠੇ ਹੋ, ਜੇ ਹਾਲ ਭਰ ਜਾਏ ਤਾਂ ਸੰਗਤ ਸੰਗਤ ਹੀ ਰਹਿਣੀ। ਸੰਗਤ ਸਰੀਰਾਂ ਦੀ ਗਿਣਤੀ ਨਹੀਂ ਹੁੰਦੀ, ਸੰਗਤ ਭਾਵਨਾ ਤੋਂ ਪ੍ਰਗਟ ਹੁੰਦੀ। ਭਾਈ ਗੁਰਦਾਸ ਜੀ ਕਹਿੰਦੇ ਇੱਕ ਸਿੱਖ ਦੋਏ ਸਾਧ ਸੰਗਤ ਪੰਜੀ ਪਰਮੇਸ਼ਰ। ਇੱਕ ਸਿੱਖ ਹੈ, ਦੋ ਸਿੱਖ ਰਲ ਜਾਣ ਸਾਧ ਸੰਗਤ ਹੋ ਜਾਂਦੇ ਨੇ। ਬੈਠੇ ਆਪਾਂ ਜਿੰਨੇ ਵੀ, ਚਲੋ ਸਮਾਂ ਇਸ ਤਰ੍ਹਾਂ ਦਾ ਚੱਲ ਰਿਹਾ, ਬਜ਼ੁਰਗ ਪਰਹੇਜ਼ ਕਰਦੇ ਨੇ। ਤੇ 5 ਜਾਣੇ ਭਾਈ ਗੁਰਦਾਸ ਜੀ ਕਹਿੰਦੇ ਇਕੱਠੇ ਹੋ ਜਾਣ ਤੇ ਪਰਮੇਸ਼ਰ ਹਾਜ਼ਰ ਹੈ। ਇੱਕ ਸਿੱਖ ਦੋਏ ਸਾਧ ਸੰਗਤ ਪੰਜੀ ਪਰਮੇਸ਼ਰ। ਤੋ ਸੰਗਤ ਜਿੱਥੇ ਹੈ, ਸਤਿਗੁਰ ਨੇ ਇਹ ਜਮਾਤ ਨੂੰ ਤਵੱਜੋ ਬੜੀ ਦਿੱਤੀ ਹੈ। ਸੰਗਤ ਨੂੰ, ਇਕੱਠ ਨੂੰ ਗੁਰਦੇਵ ਨੇ ਕਿਹਾ ਵੀ ਇਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ।
ਤੇ ਤੁਸੀਂ ਵੇਖਿਓ, ਵੈਸੇ ਤੇ ਬਖਸ਼ਿਸ਼ ਹੈ। ਜੇ ਆਪਾਂ ਚਲੋ ਪਹਿਲੇ ਦੋ ਗੁਰੂ ਸਾਹਿਬਾਨਾਂ ਦੀ ਆਪਾਂ ਗੱਲ ਕਰ ਲਈਏ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਕਿੱਥੋਂ ਆਏ ਨੇ? ਗੁਰਮੁਖ ਦੀ ਸੰਗਤ ਵਿੱਚੋਂ ਆਏ ਨੇ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਭਾਈ ਜੋਧ ਜੀ ਕੋਲੋਂ, ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ਼੍ਰੀ। ਮੈਂ ਬੇਨਤੀ ਕਰ ਰਿਹਾ, ਸਾਨੂੰ ਪਹਿਲੇ ਦੋ ਗੁਰੂ ਸੰਗਤ ਚੋਂ ਮਿਲੇ ਨੇ। ਧੰਨ ਗੁਰੂ ਅੰਗਦ ਦੇਵ ਸਾਹਿਬ ਭਾਈ ਜੋਧ ਜੀ ਦੀ ਸੰਗਤ ਕੀਤੀ ਤੇ ਲਹਿਣੇ ਤੋਂ ਧੰਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਹੋ ਗਏ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਧੰਨ ਗੁਰੂ ਅਮਰਦਾਸ ਸਾਹਿਬ ਕਿੱਥੋਂ ਆਏ ਨੇ? ਸੰਗਤ ਚੋਂ ਆਏ ਨੇ। ਬੀਬੀ ਅਮਰੋ ਜੀ ਦੀ ਸੰਗਤ ਕੀਤੀ ਸੀ ਉਹਨਾਂ ਨੇ। ਕਰਨੀ ਕਾਗ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤਬ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀਨੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਇਹ ਸ਼ਬਦ ਸੁਣਿਆ ਸੀ ਨਾ? ਇਹ ਦਾਤ ਹੈ। ਸੰਗਤ ਚੋਂ ਗੁਰੂ ਲੱਭ ਜਾਂਦਾ ਹੈ, ਸੰਗਤ ਚੋਂ ਰੱਬ ਲੱਭ ਜਾਂਦਾ ਹੈ। ਗੁਰਮੁਖ ਪਿਆਰੇ, ਇਹ ਐਵੇਂ ਨੇ ਜਿਹੜੇ ਭਾਵ ਨਾਲ। ਤੇ ਮੈਂ ਵੀ ਬੇਨਤੀ ਕਰਾਂ, ਕਈ ਵਾਰ ਮੇਰੇ ਵਰਗਾ ਨਾ ਸਾਰੀ ਜ਼ਿੰਦਗੀ ਕਥਾ ਕਰਦਾ ਰਹਿੰਦਾ, ਉੱਦਾਂ ਦਾ ਉੱਦਾਂ, ਸੁਣਨ ਵਾਲੇ ਕਈ ਵਾਰ ਕਿਤੇ ਦਾ ਕਿਤੇ ਪਹੁੰਚ ਜਾਂਦੇ। ਗੱਲ ਇਹ ਨਹੀਂ ਹੈ। ਕੀਰਤਨ ਕਰਨ ਵਾਲਾ ਵਿਚਾਰਾ ਸਾਰੀ ਜ਼ਿੰਦਗੀ ਆਸਾ ਦੀ ਵਾਰ ਲਾਈ, ਪਰ ਸੁਣਨ ਵਾਲੇ ਦਾ ਇੱਕ ਸ਼ਬਦ ਨਾਲ ਮਨ ਭਿੱਜ ਗਿਆ। ਇੱਥੇ ਦਾਵਾ ਵੀ ਨਹੀਂ ਹੈ ਕਿਸੇ ਚੀਜ਼ ਦਾ। ਇਹ ਗੁਰੂ ਦੀ ਦਾਤ, ਗੁਰੂ ਦੀ ਬਖਸ਼ਿਸ਼ ਜਦੋਂ ਵਰਤਦੀ ਹੈ। ਸੋ ਮੈਂ ਬੇਨਤੀ ਕਰ ਰਿਹਾ ਸਾਂ, ਬੜਾ ਵੱਡਾ ਮਹਾਤਮ ਹੈ, ਫਲ ਮਿਲਦਾ ਹੈ ਗੁਰੂ ਜੀ ਦੀ ਪਾਵਨ ਸੰਗਤ ਦਾ। ਬਾਰ-ਬਾਰ ਗੁਰਦੇਵ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਬਾਣੀ ਦੇ ਅੰਦਰ, ਸੰਗਤ ਦਾ। ਤੇ ਸਾਹਿਬ ਜੀ ਕਹਿੰਦੇ ਸਾਧ ਸੰਗਤ ਹੈ ਜਿਹੜੀ, ਉਹਨਾਂ ਦੇ ਸੰਗ ਨਾਲ ਤਨ ਵੀ ਮੌਲ ਗਿਆ, ਮਨ ਵੀ ਮੌਲ ਗਿਆ। ਤਨ ਮਨ ਮੌਲਿਆ ਰਾਮ ਸਿੰਘ, ਕਿਹਦੇ ਨਾਲ? ਰਾਮ ਰਮੇ ਹੋਏ ਮਾਲਕ ਨਾਲ। ਸਾਧਨ ਕੀ ਵਰਤਿਆ? ਸੰਗ ਸਾਧ ਸਹੇਲੜੀਆਂ, ਸਾਧ ਸੰਗਤ ਦੇ ਰਾਹੀਂ। ਤੇ ਨਾਲ ਹੀ ਬਚਨ ਕੀਤਾ, ਸਾਧ ਜਨਾਂ ਤੇ ਬਾਹਰੀ, ਸੇ ਰਹਿਣ ਅਕੇਲੜੀਆਂ। ਅਕੇਲੜੀਆਂ ਦਾ ਅਰਥ ਹੈ ਸੱਖਣੀਆਂ। ਜਿੱਥੇ ਸਾਧ ਨਹੀਂ ਨਾ, ਗੁਰੂ ਨਹੀਂ ਨਾ। ਭਗਤ ਕਬੀਰ ਜੀ ਨੇ ਇੱਕ ਬਚਨ ਕਿਹਾ। ਭਗਤ ਜੀ ਕਹਿੰਦੇ, ਕਦੇ ਸ਼ਮਸ਼ਾਨ ਘਾਟ ਵੇਖਣਾ, ਉੱਥੇ ਮੁਰਦੇ ਪਏ ਨੇ। ਕਦੇ ਵੀ ਇੱਕ ਮੁਰਦੇ ਨੇ ਦੂਜੇ ਮੁਰਦੇ ਨਾਲ ਗੱਲ ਨਹੀਂ ਕੀਤੀ ਕਿ ਸੱਜਣਾ ਤੇਰਾ ਕੀ ਹਾਲ ਹੈ, ਧੁੱਪ ਤਾਂ ਨਹੀਂ ਲੱਗ ਰਹੀ, ਕੋਈ ਮੁਸ਼ਕਲ ਤੇ ਨਹੀਂ। ਕਿੰਨੀ ਇਕਾਂਤ ਹੈ, ਡਰਾਉਣਾਪਨ ਹੈ। ਭਗਤ ਕਬੀਰ ਜੀ ਕਹਿੰਦੇ, ਜਿਹੜੇ ਘਰ 'ਚ ਸਾਧ ਨਹੀਂ, ਸਾਧ ਗੁਰੂ ਬਾਣੀ, ਗੁਰੂ ਦਾ ਉਪਦੇਸ਼, ਜਿੱਥੇ ਸੰਗਤ ਨਹੀਂ। ਭਗਤ ਜੀ ਕਹਿੰਦੇ, ਮੈਨੂੰ ਲੱਗਦਾ ਵੀ ਉਹ ਵੀ ਕਬਰਾਂ ਵਰਗੇ ਹੀ ਨੇ। ਹੁੰਦਾ ਹੈ ਕਈ ਵਾਰ, ਪਿਓ ਘਰ ਆਇਆ ਤੇ ਪੁੱਤ ਦੂਜੇ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ। ਨੌ ਰਸੋਈ 'ਚ ਵੜੀ, ਮਾਫ਼ ਕਰਨਾ, ਸੱਸ ਬਾਹਰ ਨਿਕਲ ਗਈ, ਸੱਸ ਵੜੀ ਤੇ ਨੌ ਬਾਹਰ ਨਿਕਲ ਗਈ। ਬੋਲ ਚਾਲ ਹੀ ਨਹੀਂ ਕੋਈ। ਜਿਸ ਗੁਰੂ ਨੇ ਰਿਸ਼ਤੇ ਬਣਾਉਣੇ ਸਨ, ਪੱਕੇ ਕਰਨੇ ਸਨ, ਰਸ ਭਰਨਾ ਸੀ, ਉਹਦੇ ਨਾਲ ਤੇ ਸਾਂਝ ਹੀ ਨਹੀਂ ਬਣੀ। ਕਬੀਰ ਜਾਂ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ। ਤੇ ਘਰ ਮਰਹਟ ਸਾਰਖੇ, ਭੂਤ ਬਸੈ ਤਿਨ ਮਾਹੇ। ਭਗਤ ਜੀ ਨੇ ਕਿਹਾ, ਉਹ ਮਰਗਟ ਵਰਗੇ ਨੇ, ਸਾਰਖੇ ਉਹਦੇ ਵਰਗੇ। ਤੇ ਕੌਣ ਨੇ ਉੱਥੇ? ਭੂਤ ਨੇ। ਜਿੱਥੇ ਗੁਰੂ ਨਹੀਂ ਹੈ, ਸਾਧ ਨਹੀਂ ਹੈ, ਸੰਗਤ ਨਹੀਂ ਹੈ, ਉਹ ਜੀਵਨ ਬੜਾ ਸੱਖਣਾ, ਬੜਾ ਉਦਾਸ, ਬਹੁਤ ਸਵਾਰਥ ਨਾਲ ਭਰਿਆ ਹੋਇਆ। ਤੇ ਸਦਾ ਹੀ ਇਕੱਲੀਆਂ ਨੇ ਸਾਧ ਜਨਾਂ ਤੇ ਬਾਹਰੀ, ਸੇ ਰਹਿਣ ਅਕੇਲੜੀਆਂ। ਤਿੰਨ ਦੁੱਖ ਨਾ ਕਬਹੂ ਉਤਰੈ। ਸਾਹਿਬ ਜੀ ਕਹਿੰਦੇ, ਉਹਨਾਂ ਦੇ ਦੁੱਖ ਉਤਰੇ ਹੀ ਨਹੀਂ ਕਦੇ। ਉਹ ਸਾਰੀ ਜ਼ਿੰਦਗੀ ਹਾਏ ਹਾਏ ਕਰਦੇ ਰਹੇ, ਸਾਰੀ ਜ਼ਿੰਦਗੀ। ਜਿਨ੍ਹਾਂ ਨੇ ਸੰਗਤ ਕੀਤੀ ਉਹਨਾਂ ਨੂੰ ਫਿਰ ਵਾਹ ਵਾਹ ਕਰਨਾ ਆ ਗਿਆ, ਸਲਾਹੁਣਾ ਆ ਜਾਂਦਾ। ਤੇ ਸੋਹਣੇ ਲੱਗਦੇ ਨੇ। ਸਾਹਿਬ ਜੀ ਕਹਿੰਦੇ,
ਜਿਹੜੇ ਗੁਰਮੁਖ ਪਿਆਰੇ ਵਾਹ ਵਾਹ ਕਰਦੇ ਨੇ, ਸਲਾਉਂਦੇ ਨੇ, ਤੇ ਦੂਜੇ ਪਾਸੇ ਦੁੱਖ ਹੀ ਦੁੱਖ। ਤੇ ਜਮਾਂ ਦੇ ਵਾਸੋਂ ਪੈ ਗਈਆਂ, ਛੱਡਿਆ ਹੀ ਨਹੀਂ ਖਹਿੜਾ ਜਮਾਂ ਨੇ, ਵਿਕਾਰਾਂ ਨੇ, ਕਾਲ ਨੇ, ਸਹਿਮ ਮੌਤ ਦਾ ਬਣਿਆ ਹੀ ਰਿਹਾ ਸਾਰੀ ਜ਼ਿੰਦਗੀ ਸਾਜਾਂ ਨੇ। ਤੇ ਉਹ ਤੇ ਬਸ ਮੌਤ ਨੂੰ ਉਡੀਕਦੇ। ਰੱਬ ਤੋਂ ਬਿਨਾਂ ਜ਼ਿੰਦਗੀ ਕੀ ਹੈ? ਗੁਰੂ ਸੰਗਤ ਤੋਂ ਬਿਨਾਂ ਬਸ ਮੌਤ ਨੂੰ ਉਡੀਕਣਾ। ਕਦੇ ਕੁਰਸੀ ਬਰਾਂਡੇ ਡਾਹ ਲਈ, ਕਦੇ ਅੰਦਰ ਡਾਹ ਲਈ, ਕਦੇ ਇੱਧਰ ਨੂੰ, ਕਦੇ ਗਵਾਂਢੀਆਂ ਵੱਲ ਵੇਖ ਲਿਆ, ਕਦੇ ਕਾਰਾਂ ਜਾਂਦੀਆਂ ਵੇਖ ਲਈਆਂ। ਤੇ ਜੇ ਗੁਰੂ ਕਿਰਪਾ ਕਰੇ, ਹੱਥ ਵਿੱਚ ਗੁਟਕਾ ਆ ਜਾਏ, ਗੁਰੂ ਕਿਰਪਾ ਆਏ, ਚਲੋ ਕੋਈ ਸ਼ਬਦ ਆਏ, ਗੁਰੂ ਕਿਰਪਾ ਆਏ, ਕੋਈ ਸੰਸਥਾ ਨਾਲ ਚਲ ਬੰਦਾ ਸੇਵਾ ਦੇ ਆਰੇ ਹੀ ਲੱਗ ਜਾਏ। ਹੁਣ ਕੀ ਕਰੇ? ਸੰਘਰਸ਼ ਤੋਂ ਬਿਨਾਂ ਤੇ ਉਦਮ ਤੋਂ ਬਿਨਾਂ ਤੇ ਜ਼ਿੰਦਗੀ ਕਾਹਦੀ ਹੈ? ਮੌਤ ਨੂੰ ਉਡੀਕਣਾ, ਬਸ ਪੈਨਸ਼ਨ ਆ ਰਹੀ ਹੈ, ਕੋਈ ਗੱਲ ਨਹੀਂ, ਬਸ ਤਨਖਾਹ ਅਕਾਊਂਟ 'ਚ ਪੈ ਜਾਣੀ ਹੈ, ਬੱਚਿਆਂ ਨੇ ਕਢਾ ਲੈਣੀ ਹੈ। ਉਹ ਜੀਵਨ ਕਾਹਦਾ ਮਾਫ਼ ਕਰਨਾ? ਜੇ 84 ਕੋਈ ਨਹੀਂ, ਨਵਾਂਪਨ ਹੀ ਕੋਈ ਨਹੀਂ। ਉੱਦਾਂ ਹੀ ਦਿਨ ਲੰਘ ਗਿਆ, ਉੱਦਾਂ ਹੀ ਰਾਤ ਲੰਘ ਗਈ, ਉੱਦਾਂ ਹੀ ਮਹੀਨਾ ਲੰਘ ਗਿਆ, ਉੱਦਾਂ ਹੀ ਸਾਲ ਲੰਘ ਗਿਆ, ਪਤਾ ਹੀ ਨਹੀਂ ਲੱਗਦਾ। ਸੋ ਮਾਲਕ ਤੋਂ, ਗੁਰੂ ਤੋਂ ਬਿਨਾਂ ਬਸ ਇੱਕ ਮੌਤ ਦਾ ਹੀ ਇੰਤਜ਼ਾਰ ਹੁੰਦਾ, ਉਡੀਕਦਾ ਹੈ ਬੰਦਾ। ਤੇ ਜੇ ਰੱਬ ਦੇ ਪਿਆਰੇ ਕੋਲ ਕਰਨ ਵਾਸਤੇ ਬਹੁਤ ਸੇਵਾ ਦਾ ਖੇਤਰ ਕਰੋ। ਸਾਹਿਬ ਜੀ ਕਹਿੰਦੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈ। ਕਿੱਡਾ ਵੱਡਾ ਖੇਤਰ ਹੈ, ਕਿੱਡਾ ਵੱਡਾ ਗੁਰਦੇਵ ਨੇ ਸਾਨੂੰ ਮਾਰਗ ਜ਼ਿੰਮੇਦਾਰੀ ਦਿੱਤੀ ਹੈ। ਸੋ ਬਹੁਤ ਕੁਝ ਹੈ। ਖੈਰ ਰੱਬ ਦਾ ਪਿਆਰਾ ਬਹੁਤ ਸੋਹਣੇ ਆਰੇ ਲੱਗ ਜਾਂਦੇ। ਤੇ ਜਿੱਥੇ ਸਾਥ ਨਹੀਂ ਬਣਿਆ, ਸੰਗ ਨਹੀਂ ਬਣਿਆ, ਤਿੰਨ ਦੁੱਖ ਨਾ ਕਬਹੂ ਉਤਰੈ, ਸੇ ਜਮ ਕੈ ਵਸ ਪੜੀਆਂ। ਜਮਾਂ ਦੇ ਵਾਸੀ ਪਈਆਂ ਰਹੀਆਂ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਣ ਨਿਤ ਖੜੀਆਂ। ਰਾਵਿਆ, ਰਾਵਣਾ, ਮਾਨਣਾ। ਰਾਵਣਾ ਦੋ ਦਾ ਇੱਕ ਹੋ ਜਾਣਾ, ਮਾਫ਼ ਕਰਨਾ। ਪ੍ਰੇਮ ਕੀ ਹੈ? ਮੰਨਣਾ ਕੀ ਹੈ? ਦੋ ਦਾ ਇੱਕ ਹੋ ਜਾਣਾ। ਸਾਰੇ ਪਰਦੇ ਹਟ ਗਏ, ਬੰਧਨ ਹਟ ਗਏ, ਸਭ ਕੁਝ ਮੁੱਕ ਗਿਆ। ਦੋ ਦਾ ਇੱਕ ਹੋ ਜਾਣਾ। ਰਾਵ ਲਿਆ ਜਿੰਨਾ ਸੁਹਾਗਣਾ ਨੇ। ਫਿਰ ਉੱਥੇ ਵਖਰੇਵਾਂ ਵਿੱਥ ਕੋਈ ਨਹੀਂ ਰਹੀ। ਸਾਹਿਬ ਜੀ ਕਹਿੰਦੇ ਉਹ ਸਦਾ ਹੀ ਨੇੜਤਾ ਹੈ, ਤਤਪਰ ਹੈ। ਖੜਨਾ ਤਤਪਰ ਦਾ ਪ੍ਰਤੀਕ। ਜਿੱਦਾਂ ਇਹ ਵੀ ਬਾਣੀ 'ਚ ਵਚਨ ਆਉਂਦਾ, ਸਿਰ ਉੱਪਰ ਠਾਡਾ ਗੁਰਸੂਰ। ਠਾਡਾ ਖਲੋਤਾ ਹੋਇਆ, ਭਾਵ ਤਤਪਰ। ਗੁਰੂ ਫਿਰ ਉਹ ਵਹਿੰਦਾ ਵੀ ਹਾਂ ਇਹਨੂੰ ਸੰਭਾਲਣਾ, ਇਹਨੂੰ ਸੇਧ ਦੇਣੀ। ਗੁਰੂ ਜ਼ਿੰਮੇਦਾਰੀ ਲੈ ਲੈਂਦਾ। ਰੱਬ ਦੀਆਂ ਪਿਆਰੇ ਵੀ ਤਤਪਰ ਰਹੇ। ਮਾਲਕ ਜੋ ਤੇਰਾ ਹੁਕਮ ਹੈ, ਪੀਏ ਤਾਂ ਪਾਣੀ, ਆਣੀ ਮੀਰਾ, ਖਾਹੇ ਤਾਂ ਪੀਸਣ ਜਾਓ। ਸੇਵਕ ਸਾਹਿਬ ਜੀ ਕਹਿੰਦੇ ਕੈਸੇ? ਬਖਲੋਤਾ ਹੈ, ਮੇਰੇ ਮਾਲਕ ਜੇ ਪਾਣੀ ਚਾਹੀਦਾ ਲੈ ਕੇ ਆਵਾਂ, ਪ੍ਰਸ਼ਾਦਾ ਚਾਹੀਦਾ ਤੇ ਦਾਣੇ ਪੀ ਕੇ ਪਿਆ ਕੇ ਹੁਣੇ ਫੁਲਕੇ ਲਾਵਾਂ। ਤਤਪਰ ਸੇਵਕ ਤਤਪਰ ਹੈ ਬਿਲਕੁਲ। ਤੇ ਸਾਹਿਬ ਜੀ ਕਹਿੰਦੇ ਖੜੀਆਂ ਨੇ, ਹੁਕਮ ਦੇ ਵਿੱਚ ਵੱਜੀਆਂ ਹੋਈਆਂ ਨੇ ਨਿਰੰਤਰ। ਤੇ ਬਚਨ ਕੀਤਾ ਸਾਹਿਬ ਨੇ ਅੱਗੇ, ਰਤਨ ਜਵੇਹਰ ਲਾਲ ਹਰ ਕੰਠ ਤਿੰਨਾ ਜੜੀਆਂ। ਜਿਵੇਂ ਮੰਗਲ ਸੂਤਰ ਦੀ ਆਪਾਂ ਗੱਲ ਕਰਦੇ, ਉਹ ਕੰਠੀ, ਉਹਨਾਂ ਨੇ ਮਾਲਕ ਦੇ ਸਿਫਤ ਨੂੰ ਆਪਣੇ ਗਲ ਦਾ, ਜੀਵਨ ਦਾ ਮੰਗਲ ਸੂਤਰ ਬਣਾ ਲਿਆ। ਉਹ ਕੰਤ ਦੇ ਮਿਲਾਪ, ਉਹ ਸਤਿਗੁਰ ਨੇ ਤਾਂ ਹੀ ਕਿਹਾ ਸੀ ਭਲਿਓ, ਠੀਕ ਹੈ ਪਾਓ ਤੁਸੀਂ ਧਰਮ ਦੀ ਨਿਸ਼ਾਨੀ ਬਾਹਰੋਂ, ਪਰ ਭਲਿਓ ਜਿਹੜਾ ਸ਼ਿੰਗਾਰ ਰੱਬ ਨੂੰ ਚਾਹੀਦਾ ਹੈ, ਉਹ ਦਇਆ ਕਿੱਥੇ ਗਈ, ਉਹ ਜਤ ਕਿੱਥੇ ਗਿਆ, ਉਹ ਸੰਤੋਖ ਕਿੱਥੇ ਗਿਆ? ਇਹ ਸ਼ਿੰਗਾਰ ਰੱਬ ਨੂੰ ਪਾਉਣਾ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ। ਠੀਕ ਹੈ, ਮੁਬਾਰਕ ਹੈ, ਪਾ ਹਰੇਕ ਨੂੰ ਮੁਬਾਰਕ ਹੈ। ਧਰਮ ਦੀਆਂ ਨਿਸ਼ਾਨੀਆਂ ਮਾੜੀਆਂ ਨੇ, ਪਰ ਜਿਨ੍ਹਾਂ ਚੋਂ ਆ ਪ੍ਰਗਟ ਹੋਣਾ ਚਾਹੀਦਾ ਸੀ। ਤੇ ਮੈਂ ਬੇਨਤੀ ਕਰਾਂ, ਅੰਮ੍ਰਿਤ ਛਕਦੇ ਮੁਬਾਰਕ ਹੈ, ਸਾਰੀ ਜ਼ਿੰਦਗੀ ਲੱਗ ਜਾਂਦੀ ਹੈ। ਉਹ ਤੇ ਚਲੋ ਗੁਰਮੁਖ ਪਿਆਰਿਆਂ ਨੇ ਕਿਰਪਾ ਕਰਤੀ, ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਜੀਵਨ ਨੂੰ ਅੰਮ੍ਰਿਤ ਬਣਾਉਣ ਲੱਗੇ। ਛਕ ਲੈਣਾ ਤੇ ਅੰਮ੍ਰਿਤ ਧਾਰੀ ਹੋ ਜਾਣਾ। ਹਾਂ, ਅੰਮ੍ਰਿਤ ਤਾਂ ਛਕਦੇ ਹਾਂ ਵੀ ਅੰਮ੍ਰਿਤ ਧਾਰੀ ਸਾਡੇ, ਅਸੀਂ ਅੰਮ੍ਰਿਤ ਨੂੰ ਧਾਰਨ ਕਰ ਲਈਏ। ਸਾਡੇ ਨੇਤਰ ਨੇ, ਸਾਡਾ ਜੀਵਨ ਹੈ, ਸਾਡੀ ਜ਼ੁਬਾਨ ਹੈ। ਅੰਮ੍ਰਿਤ ਧਾਰੀ
ਹੋ ਜਾਈਏ, ਅੰਮ੍ਰਿਤ ਨਾਲ ਧਾਰਨ ਕਰ ਲਈ ਉਸ ਸਿਮਰਨ। ਫਿਰ ਗੁਰੂ ਨੂੰ ਸ਼ਿੰਗਾਰ ਬੜਾ ਬਾਹਰੀ ਵੀ ਅੰਦਰੂਨੀ ਵੀ ਚੰਗਾ ਲੱਗਦਾ, ਪਾਉਂਦਾ ਗੁਰੂ ਚੰਗੇ ਨੇ ਫਿਰ ਗੁਰੂ ਕੇ ਪਿਆਰੇ। ਆ ਸ਼ਿੰਗਾਰ ਤੋਂ ਸੁਹਾਗਣ ਦਾ ਪਤਾ ਲੱਗ ਜਾਂਦਾ। ਪਰ ਕੱਲਾ ਸ਼ਿੰਗਾਰ ਵੀ ਕੀ ਕਰੇਗਾ ਜੇ ਕਿਰਦਾਰ ਨਾ ਹੋਵੇ। ਸ਼ਿੰਗਾਰ ਬਾਜ਼ਾਰ ਚੋਂ ਮਿਲਦਾ ਹੈ, ਕਿਰਦਾਰ ਨਹੀਂ ਬਾਜ਼ਾਰ ਚੋਂ ਮਿਲਦਾ। ਸ਼ਿੰਗਾਰ ਬਾਜ਼ਾਰ ਚੋਂ ਮਿਲਦਾ ਹੈ, ਕਿਰਦਾਰ ਆਪ ਪ੍ਰਗਟ ਕਰਨਾ ਪੈਣਾ, ਉਹ ਬਣਾਉਣਾ ਪੈਣਾ, ਉਹ ਜੀਵਨ 'ਚ ਉਤਪੰਨ ਕਰਨਾ ਪੈਣਾ। ਤੇ ਜਿਨ੍ਹਾਂ ਨੇ ਐਸਾ ਸ਼ਿੰਗਾਰ ਬਣਾ ਲਿਆ ਨਾਮ ਦਾ, ਸੋਹਣੇ ਸਿਫਤ ਦਾ, ਦਇਆ ਦਾ, ਸਤ ਦਾ, ਗੁਣ ਹਾਰ ਤੈਂ ਪਾਇਆ, ਰੰਗ ਲਾਲ ਬਣਾਇਆ। ਸਾਹਿਬ ਜੀ ਕਹਿੰਦੇ ਗੁਣਾਂ ਦਾ ਹਾਰ ਜਿਨ੍ਹਾਂ ਨੇ ਪਾਲਿਆ ਮੰਗਲ ਸੂਤਰ। ਤਿਸ ਹੱਬੋ ਕਿਛ ਸੁਹੰਦਾ, ਉਹਨੂੰ ਸਭ ਕੁਝ ਹੀ ਸੋਹਣਾ ਲੱਗਦਾ, ਚੰਗਾ ਲੱਗਦਾ। ਰਤਨ ਜਵੇਹਰ ਲਾਲ ਹਰ, ਸਾਹਿਬ ਜੀ ਕਹਿੰਦੇ ਕੰਠ ਤਿੰਨਾਂ ਜੜੀਆਂ, ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸ਼ਰਣੀ ਦਰ ਪੜੀਆਂ। ਧੰਨ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ। ਬਾਂਛੈ ਦਾ ਅਰਥ ਹੈ ਲੋਚਦਾ। ਇੱਕ ਚੀਜ਼ ਬਾਰ-ਬਾਰ ਸਤਿਗੁਰੂ ਨੇ ਮੰਗੀ ਹੈ ਬਾਣੀ 'ਚ, ਬਾਰ-ਬਾਰ। ਆਖੋ ਸਤਨਾਮ ਸ਼੍ਰੀ, ਫਿਰ ਆਖੋ ਨਾ ਸਤਨਾਮ ਸ਼੍ਰੀ। ਮੈਂ ਬੇਨਤੀ ਕਰਾਂ, ਬਾਰ-ਬਾਰ ਮੰਗੀ ਹੈ ਸਤਿਗੁਰੂ। ਕਿਹੜੀ? ਸੰਗਤ ਦੇ ਚਰਨਾਂ ਦੀ ਧੂੜ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ, ਕਰ ਸੰਤਨ ਕੀ ਤੂਰੇ। ਪਤਾ ਨਹੀਂ ਕਿੱਡੀ ਕੋ ਕੀਮਤੀ ਦਾਤ ਹੈ, ਕੀਮਤ ਕਹੀ ਨਹੀਂ ਨਾ ਜਾ ਸਕਦੀ ਗੁਰਮੁਖ ਸੰਗਤ ਦੀ, ਗੁਰਮੁਖ ਪਿਆਰਿਆਂ ਦੇ ਮਿਲਾਪ ਦੀ। ਸਾਹਿਬ ਜੀ ਕਹਿੰਦੇ, ਧੰਨ ਗੁਰੂ ਨਾਨਕ ਸਾਹਿਬ ਜੀ, ਸਤਿਗੁਰੂ ਕਹਿੰਦੇ ਮੈਨੂੰ ਇੱਕ ਦਾਤ ਦੇ ਮੇਰੇ ਮਾਲਕ ਵਾਹਿਗੁਰੂ। ਨਾਨਕ ਬਗੋਇਦ ਜਨ ਤੁਰਾ, ਤੇਰੇ ਚਾਕਰਾਂ ਪਾ ਖਾਕ। ਨਾਨਕ ਆਖਦਾ ਵਾਹਿਗੁਰੂ ਤੇਰੇ ਚਰਨਾਂ 'ਚ ਬੇਨਤੀ ਕਰਦਾ, ਮੇਰੇ ਤੇ ਤਰਸ ਕਰਨਾ, ਇਹ ਤਰਸ ਕਰੀ ਤੇਰੇ ਚਾਕਰਾਂ ਦੇ ਪੈਰਾਂ ਦੀ ਮੈਂ ਖਾਕ ਬਣ ਜਾ। ਇਹ ਮੈਨੂੰ ਦਾਤ ਬਖਸ਼ਿਸ਼ ਕਰ। ਹੁਣ ਸਤਿਗੁਰੂ ਬਾਂਛੈ, ਬਾਂਛੇ ਦਾ ਅਰਥ ਹੈ ਚਾਹੁਣਾ, ਮੰਗਣਾ। ਨਾਨਕ ਬਾਂਛੈ ਧੂੜ ਤਿੰਨ, ਉਹਨਾਂ ਦੇ ਚਰਨਾਂ ਦੀ ਧੂੜ। ਨਿਮਰਤਾ ਵਿੱਚ ਮੈਂ ਉਹਨਾਂ ਕੋਲੋਂ ਧੂੜ, ਵੈਸੇ ਨਿਮਰਤਾ ਨੂੰ ਪ੍ਰਗਟ ਕਰਦਾ ਸ਼ਬਦ। ਹਰੇਕ ਸ਼ਬਦ ਕਿਸੇ ਭਾਵ ਨੂੰ ਪ੍ਰਗਟ ਕਰਦਾ। ਆਪਾਂ ਸ਼ਬਦ ਬੋਲਦੇ ਹਾਂ, ਕੀ ਹੈ? ਅੰਦਰ ਦੀ ਭਾਵਨਾ ਨੂੰ ਆਪਾਂ ਅੱਖਰਾਂ ਦੀ ਪੁਸ਼ਾਕ ਪਾ ਦਿੰਦੇ ਹੈ, ਤੇ ਭਾਵ ਅੰਦਰ ਬਣਿਆ ਨਾ ਪਹਿਲਾਂ। ਭਰਾ ਬਸੰਤੀ ਮਧਮਾ ਬੈਖਰੀ, ਖੈਰੋ ਚਾਰ ਪੜਾ ਵੱਖਰੇ ਨੇ। ਇਸੇ ਤਰ੍ਹਾਂ ਅੰਦਰ ਦੀ ਭਾਵਨਾ ਨੂੰ ਕਿੰਨੀ ਕੁ ਤਾਂਘ ਹੈ, ਉਹਨੇ ਬਾਹਰੀ ਪੁਸ਼ਾਕ ਪਾਲੀ ਧੂੜ ਦੀ। ਧੂੜ ਦੇ ਪਿੱਛੇ ਨਿਮਰਤਾ ਛਿਪੀ ਹੈ। ਆ ਧੂੜ ਕੌਣ ਹੈ? ਪੈਰਾਂ 'ਚ ਰੁਲਦੀ, ਉਹਨੂੰ ਕੋਈ ਫਰਕ ਨਹੀਂ ਪੈਣਾ ਕੋਈ ਲਤਾੜ ਗਏ। ਇੰਨੀ ਕੁ ਭਾਵਨਾ ਬਣ ਜਾਏ, ਨਿਮਰ ਜੀਵਨ ਬਣ ਜਾਏ। ਆਧਾਰ ਮੈਂ ਪਹਿਲਾਂ ਬੇਨਤੀ ਕੀਤੀ ਸੀ, ਇੱਕ ਗੁਣ ਹੈ ਜਿਹਦੇ 'ਚ ਬਾਕੀ, ਜਾਂ ਕਹੀਏ ਇੱਕ ਭਾਂਡਾ ਹੈ ਜਿਹਦੇ 'ਚ ਬਾਕੀ ਗੁਣ ਪੈਂਦੇ ਨੇ। ਕਿਹੜਾ? ਨਿਮਰਤਾ ਦੇ ਭਾਂਡੇ 'ਚ ਬਾਕੀ ਬਰਕਤਾਂ ਵਰਦੀਆਂ। ਨਿਮਰਤਾ ਦਾ ਭਾਂਡਾ ਹੋਏਗਾ, ਉਹ 'ਚ ਸਿੱਖੀ ਵੀ ਪੈ ਜਾਣੀ, ਨਾਮ ਵੀ ਪੈ ਜਾਣਾ, ਦਾਤ ਵੀ। ਤੇ ਇੱਕ ਹੰਕਾਰ ਦਾ ਭਾਂਡਾ ਹੈ, ਹੰਕਾਰ ਦੇ ਭਾਂਡੇ 'ਚ ਸਾਰੇ ਔਗਣ ਪੈਣੇ। ਇੱਕ ਨਿਮਰਤਾ ਦਾ ਭਾਂਡਾ ਇੱਕ ਐਸਾ ਹੈ ਜਿਹਦੇ 'ਚ ਗੁਣ ਟਿਕਦੇ ਨੇ। ਹੰਕਾਰ ਦਾ ਭਾਂਡਾ ਐਸਾ ਹੈ ਜਿਹਦੇ 'ਚ ਔਗਣ ਟਿਕਦੇ। ਸੋ ਨਿਮਰਤ ਧੂੜ ਨਿਮਰਤਾ ਦਾ ਭਾਂਡਾ, ਜਿੱਥੇ ਸਾਹਿਬ ਜੀ ਕਹਿੰਦੇ ਮੈਂ ਲੋਚਦਾ ਚਾਹੁੰਦਾ। ਆ ਗੁਰਦੇਵ ਦਾ ਇੱਕ ਕਵੀ ਹੋਇਆ ਭੱਟ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਉਹਨੇ ਬੇਨਤੀ ਕੀਤੀ ਸੀ ਸਤਿਗੁਰੂ ਦੇ ਚਰਨਾਂ 'ਚ ਇੱਕ ਵਾਰ, ਮੇਰੇ ਸਤਿਗੁਰੂ, ਪਾਪੀਆਂ ਦੇ ਪਕਵਾਨਾਂ ਨਾਲੋਂ ਧਰਮੀ ਦੇ ਘਰ ਦੀ ਸੂੜੀ ਚੰਗੀ। ਸੂੜੀ ਤੁਸੀਂ ਜਾਣਦੇ ਹੋ, ਛਾਨਣੀ ਜਿਹੜਾ ਬਚਦਾ। ਪਾਪੀਆਂ ਦੇ ਪਕਵਾਨਾਂ ਨਾਲੋਂ ਧਰਮੀ ਦੇ ਘਰ ਦੀ ਸੂੜੀ ਚੰਗੀ, ਬੇਦਰਦਾਂ ਦੀਆਂ ਦਰੀਆਂ ਨਾਲੋਂ ਦਰਦਵੰਦ ਦੀ ਫੂੜੀ ਚੰਗੀ। ਫੂੜੀ ਉਹ ਚੌਂਕੀ ਪੁਰਾਣੇ ਸਮੇਂ 'ਚ ਘਰਾਂ 'ਚ ਚੌਂਕੇ 'ਚ ਰੱਖਦੇ ਸਨ। ਬੇਦਰਦਾਂ ਦੀਆਂ ਦਰੀਆਂ ਨਾਲੋਂ ਦਰਦਵੰਦ ਦੀ ਫੂੜੀ ਚੰਗੀ, ਲੱਖਾਂ ਹੂਰਾਂ ਬਹਿਸ਼ਤਾਂ ਦੀ ਹਸਰਤ ਨਾਲੋਂ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਚੰਗੀ। ਆ ਸੰਗਤ ਦੇ ਚਰਨਾਂ ਦੀ ਧੂੜ ਬੜੀ ਬੇਸ਼ਕੀਮਤੀ ਹੈ। ਤਾਂ ਹੀ ਸਾਹਿਬ ਜੀ ਕਹਿੰਦੇ ਮੈਂ ਲੋਚਦਾ ਨਾਨਕ ਬਾਂਛੈ ਧੂੜ ਤਿੰਨ
ਪ੍ਰਭ ਸ਼ਰਣੀ ਦਰ ਪੜੀਆਂ, ਜਿਹੜੀਆਂ ਮਾਲਕ ਦੇ ਸ਼ਰਨ ਵਾਹਿਗੁਰੂ ਦੇ ਦਰ ਤੇ ਪੜੀਆਂ ਪੈ ਗਈਆਂ ਨੇ। ਮੰਘਿਰ, ਮੈਂ ਪਹਿਲਾਂ ਬੇਨਤੀ ਕੀਤੀ, ਆਪਾਂ ਮੱਗਰ ਕਹਿੰਦੇ ਹਾਂ, ਗੁਰਦੇਵ ਨੇ ਇਸ ਨੂੰ ਮੰਘਿਰ ਲਿਖਿਆ, ਮਾਂ ਅੱਖਰ ਦੇ ਉੱਤੇ ਟਿੱਪੀ ਹੈ, ਘੱਗੇ ਨੂੰ ਸਿਆਰੀ ਹੈ। ਮੰਘਿਰ, ਵੈਸੇ ਵਿਦਵਾਨਾਂ ਨੇ ਖੈਰ ਕਈ ਰੂਪ ਹੈ, ਇਹਨੂੰ ਮਨ ਰੂਪੀ ਘਰ ਵੀ ਕਿਹਾ, ਅਤੇ ਹੋਰ ਛੋਟਾ ਜਿਹਾ ਇਹ ਅਸੀਂ ਭਾਵ ਜੇ ਸਮਝ ਲਈਏ, ਹਰੇਕ ਮਹੀਨੇ, ਚਾਹੇ ਉਹ ਕੱਤਿਕ ਦਾ ਆ, ਚਾਹੇ ਮਾਘ ਦਾ ਆ, ਚਾਹੇ ਅਸਾੜ ਦਾ ਆ, ਜੇ ਇਹ ਹਰੇਕ ਮਹੀਨੇ ਦਾ ਅਰਥ ਆਪਾਂ ਕਰ ਲਈਏ, ਭਾਵ ਕਰ ਲਈਏ ਜੀਵਨ, ਜੀਵਨ ਉਹਦਾ ਜੇ ਭਾਵ ਕਰ ਲਾਂਗੇ ਨਾ ਹਰੇਕ ਮਹੀਨੇ ਦਾ, ਤੇ ਅਰਥ ਹੋਰ ਸਪਸ਼ਟ ਹੋ ਜਾਣਗੇ। ਮੰਘਿਰ ਪ੍ਰਭ ਆਰਾਧਨਾ, ਇਹਦਾ ਅਰਥ ਇਹ ਨਹੀਂ ਵੀ ਮੱਗਰ 'ਚ ਹੀ ਰੱਬ ਨੂੰ ਆਰਾਧਨਾ ਹੈ ਤੇ ਅੱਗੇ ਭੁੱਲ ਜਾਏ। ਇਹਦਾ ਅਰਥ ਗੁਰੂ ਵੱਖੋ ਵੱਖ ਕੰਮ ਨਹੀਂ ਸਾਨੂੰ ਕਹਿ ਰਹੇ। ਜੇ ਮੱਗਰ ਮਹੀਨੇ ਰਾਹੀਂ ਸਾਹਿਬ ਜੀ ਕਹਿ ਰਹੇ ਨੇ, ਜੇ ਜੀਵਨ 'ਚ ਵਾਹਿਗੁਰੂ ਨੂੰ ਆਰਾਧੀਏ, ਮੰਘਿਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ, ਫਿਰ ਜਨਮ ਨਹੀਂ, ਫੇਰਾ ਨਹੀਂ ਪੈਣਾ ਦੁਬਾਰਾ, ਕਾਰਜ ਮੁਕੰਮਲ ਹੋ ਗਿਆ। ਜਿਹੜਾ ਜੀਵਨ ਦਾ ਆਦਰਸ਼ ਹੈ, ਮਨੋਰਥ ਹੈ, ਉਹਦੀ ਸਹਿਜੇ ਹੀ ਸਾਨੂੰ ਪ੍ਰਾਪਤੀ ਹੋ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਮੱਗਰ ਮਹੀਨੇ ਦੇ ਰਾਹੀਂ, ਜਿਹਨੂੰ ਆਪਾਂ ਦੇਸੀ ਮਹੀਨਾ ਕਹਿ ਲਈਏ, ਸੰਗਰਾਂਦ ਕਹਿ ਲਈਏ, ਕੁਝ ਵੀ ਕਹਿ ਲਈਏ, ਮਾੜਾ ਨਹੀਂ। ਆਧਾਰ ਬਣਾ ਲੈਣਾ ਕਿਸੇ ਦਿਹਾੜੇ, ਠੀਕ ਹੈ, ਇਹ ਨਹੀਂ ਵੀ ਇਕੱਲਾ ਸੰਗਰਾਂਦ ਤੱਕ ਹੀ ਰਹਿ ਜਾਈਏ, ਆਧਾਰ ਬਣਾ ਲੈਣਾ। ਇਹ ਤੇ ਸਾਧਨ ਨੇ। ਗੁਰਦੇਵ ਨੇ ਜਿਵੇਂ ਗਲਾਸ ਹੈ, ਪਾਣੀ ਉਹਦੇ ਵਿੱਚ, ਪਿਆਸ ਪਾਣੀ ਨੇ ਬੁਝਾਉਣੀ ਹੈ, ਗਲਾਸ ਨੇ ਨਹੀਂ। ਪਰ ਗਲਾਸ ਵੀ ਜ਼ਰੂਰੀ ਹੈ ਨਾ, ਪਾਣੀ ਕਿੱਦਾਂ ਸਾਡੇ ਕੋਲ ਹੋਏਗਾ? ਕੋਈ ਗਲਾਸ ਹੋਏਗਾ, ਕੋਈ ਜੱਗ ਹੋਏਗਾ, ਕੋਈ ਸਾਧਨ ਤੇ ਚਾਹੀਦਾ ਹੈ ਨਾ ਪਾਣੀ ਸਾਡੇ ਤੱਕ ਪਹੁੰਚਣ ਦਾ। ਸੋ ਇਸੇ ਤਰ੍ਹਾਂ ਗੁਰਦੇਵ ਨੇ ਇਹ ਮਹੀਨਿਆਂ ਨੂੰ, ਵਾਰਾਂ ਨੂੰ, ਥਿੱਤਾਂ ਨੂੰ, ਰੁੱਤਾਂ ਨੂੰ, ਦਿਨ ਰਹਿਣ ਨੂੰ ਸਭ ਸਤਿਗੁਰ ਨੇ ਵਰਤੇ ਨੇ। ਇਹ ਸਾਧਨ ਬਣਾਇਆ ਸਾਡੇ ਤੱਕ ਉਹ ਨਾਮ ਬਾਣੀ ਗੁਰੂ ਦਾ ਮਨੋਰਥ ਪਹੁੰਚ ਜਾਏ। ਅਸੀਂ ਵੀ ਇਸੇ ਤਰ੍ਹਾਂ, ਜਿਵੇਂ ਕ੍ਰਾਂਤੀ ਆਈ ਹੈ, ਸੂਰਜ ਨਾਲ ਰੁੱਤਾਂ ਬਦਲ ਗਈਆਂ, ਇਸੇ ਤਰ੍ਹਾਂ ਆਪਾਂ ਵੀ ਗੁਰੂ ਰਾਹੀਂ ਆਪਣੇ ਇਸ ਜੀਵਨ ਨੂੰ ਬਦਲ ਸਕੀਏ। ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ। ਗੁਰਦੇਵ ਦੇ ਪਾਵਨ ਮਿੱਠੜੇ ਬੋਲ ਨਾਲ ਸਾਹਿਬ ਨੇ ਸਾਨੂੰ ਇਹ ਵੀ ਚੇਤੇ ਕਰਾਇਆ, ਭਾਈ ਇਹ ਕਦੇ ਨਾ ਭੁੱਲ ਜਾਇਓ, ਮਾਂ ਦਿਵਸ ਮਹੂਰਤ ਪਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਚੰਗਾ ਸਮਾਂ ਹੈ ਕਦੋਂ? ਹੁਣ ਬਾਣੀ ਦਾ ਬਚਨ ਆਉਂਦਾ ਹੈ, ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੈ ਦੁਆਰੇ ਆਏ। ਹੁਣ ਸਾਡੇ ਵਾਸਤੇ ਵੇਲਾ ਬਹੁਤ ਸ਼ੋਭਨੀਕ ਚੰਗਾ ਹੈ, ਕਿਉਂਕਿ ਗੁਰੂ ਦੇ ਦਰ 'ਤੇ ਪਹੁੰਚੇ ਹਾਂ, ਹਾਜ਼ਰ ਹੋਏ ਹਾਂ। ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਬੇਅੰਤ ਭੁੱਲਾਂ ਦੀ ਖਿਮਾ। ਇਸੇ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਵੀ ਆਪਾਂ ਯਤਨ ਕਰਾਂਗੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਪੁਰਬ ਅਤੇ ਨਾਲ ਮਹੀਨੇ ਨਾਲ ਸੰਬੰਧਿਤ ਵਿਚਾਰਾਂ